पाद पंकज बंदन सिमरो अंगद दुख निकंदन अमरदास गो हृदय त्याओ हृदय त्याओ श्री गुरु रामदास गुण गुरु अर्जन विघ्नन के नासक विघ्नन के हरे गोविंद शुभ मत प्रकाश श्री हर राय नमो कर जोरी नमो कर जोरी श्री हर कृष्ण मनाओ बहो तेग बहादुर परम कृपाला जी परम कृपाला श्री गुरु गोविंद सिंह विशाला तरों तरा पर पुण्य पुण्य सीसा वाहिगुरु पुण्य पुण्य सीसा बंदो बार बार जगदीसा एक अंकारा सतगुरु ते प्रसाद सच वाहिगुरु जी की फतेह है विघ्न विनाशन सोए जिसमें अमृत ज्ञान है मानक भगत गुरु ग्रंथ साहिब उदद बंदों करे कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा सुन कृपाल की बात को श्री सतगुरु कृपाल मन मानी नीके लखी मसलत ठाने अटाल। वाहिगुरु जी का खालसा वाहिगुरु जी की फतेह। परम सन्मान जो गुरु की साजी नवाजी हुई गुरु रूप गुरु खालसा साध संगत जी आप जी वड्डे भागां वाले हो जो संध्या के दीवाना विच इकत्र हो के अमृतमयी गुरु की बाणी सोदा रहरास साहब जी के पाठ कीते हैं और सरवण कीते हैं क्योंकि सतगुरु सच्चे पातशाह जी ने गुरु के खालसे नूं दो समय संध्या समय और अमृत वेले गुरबाणी नाल जुड़न दे लई हुक्म दिता है। संध्या समय सुने रहरास कीर्तन कथा सुने हर जास इनमें नेम जो एक कराए सो सिख अमरापुरी को जाए। जिहड़ा गुरु का सिख शामा वेले रहरास साहब दा पाठ कथा जां कीर्तन सुनदा है वो निश्चय कर इस भवसागर तो तर जांदा है। ये गुरबाणी साध संगत जी जिथों आई है ना उत्थे ही लै जांदी है। धुर की बाणी आई तिन सगली चिंत मिटाई। जिवें एक हुमा पंछी हुंदा कहंदे ने ਉਹਦੇ ਪਰ ਉਹਦੇ ਖੰਭ ਜਿਹੜੀ ਵੀ ਚੀਜ਼ ਨੂੰ ਲੱਗ ਜਾਣ ਉਹਨੂੰ ਉਡਾ ਕੇ ਉੱਥੇ ਲੈ ਜਾਂਦੇ ਨੇ ਆਕਾਸ਼ ਵਿੱਚ ਜਿੱਥੇ ਹੁਮਾ ਪੰਛੀ ਰਹਿੰਦਾ ਹੈ। ਇਹ ਗੁਰਬਾਣੀ ਪਰਮੇਸ਼ਰ ਦੇ ਪਰ ਹਨ। ਇਹ ਜਿਸ ਜੀਵ ਦੇ ਹਿਰਦੇ 'ਚ ਵਸ ਜਾਂਦੀ ਹੈ ਉਸ ਨੂੰ ਵੀ ਪਰਮੇਸ਼ਰ ਦੇ ਨਿਰੰਕਾਰ ਦੇ ਮਹਿਲ ਵਿੱਚ ਲੈ ਜਾਂਦੀ ਹੈ। ਆਪ ਜੀ ਨੇ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। आओ हुण जो लड़ीवार कथा पंथ दे वाली साहिबे कमाल देग तेग दे धनी शमशेरे बहादुर नासरो मंसूर गुरु गोबिंद सिंह इस दी मंजूर गुरु गोबिंद सिंह हक हक आदेश गुरु गोबिंद सिंह बादशाह दरवेश गुरु गोबिंद सिंह पातशाह जी की कथा चल रही है। महाकवि कविराज भाई साहब संतोख सिंह जी बड़े सुंदर ढंग नाल श्री गुरप्रताप सूरज ग्रंथ की दूजी रुत विच वर्णन कर रहे ने। जदों राजा भीम चंद दे आखे लग के पहाड़िया फतेह शाह कच्चा निकलिया गुरु घर दा दुख ही बन गया। गुरु महाराज नाल लड़न वास्ते तैयारी कर लई।
श्रीनगर गढ़वाल ਦੀ ਰਿਆਸਤ ਵਿੱਚ ਇਹਨਾਂ ਨੇ ਮੀਟਿੰਗ ਕੀਤੀ। ਵਿਆਹ ਰਾਜੇ ਫਤਿਹ ਸ਼ਾਹ ਦੀ ਬੇਟੀ ਦਾ ਸੀ, ਜਿਹਦੇ ਵਿੱਚ ਸਤਿਗੁਰੂ ਜੀ ਨੇ 1.25 ਲੱਖ ਦਾ ਤੰਬੋਲ ਭੇਜਿਆ ਸੀ। ਪਰ ਰਾਜਾ ਫਤਿਹ ਸ਼ਾਹ ਆਪਣੇ ਕੁੜਮ ਦੇ ਆਖੇ ਲੱਗ ਕੇ ਜਿਹੜੇ ਸਿੱਖ ਉੱਥੇ ਤੰਬੋਲ ਲੈ ਕੇ ਗਏ ਸਨ ਉਹਨਾਂ ਨੂੰ ਹੀ ਮਾਰਨ ਦੀਆਂ ਤਿਆਰੀਆਂ ਕਰਨ ਲੱਗਾ। ਉਹਨਾਂ ਦੇ ਘੋੜੇ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ, ਸ਼ਸਤਰ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ। ਤਾਂ ਭਾਈ ਨੰਦ ਚੰਦ ਦੀਵਾਨ ਔਰ ਪੰਡਤ ਦਇਆ ਰਾਮ ਜੀ 500 ਸਿੱਖਾਂ ਨੂੰ ਲੈ ਕੇ ਪੌਂਟਾ ਸਾਹਿਬ ਪਹੁੰਚ ਗਏ। ਆ ਕੇ ਸਾਰੀ ਵਾਰਤਾ ਦਸ਼ਮੇਸ਼ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸੁਣਾਈ। ਸੁਣ ਕੇ ਕਲਗੀਧਰ ਪਾਤਸ਼ਾਹ ਵੀਰ ਰਸ ਵਿੱਚ ਆ ਗਏ। ਕਹਿਣ ਲੱਗੇ ਜੇ ਆਉਣਗੇ ਪਹਾੜੀਏ ਚੜ ਗਏ ਤੇ ਅਸੀਂ ਦੰਦ ਖੱਟੇ ਕਰਾਂਗੇ, ਉਹਨਾਂ ਦਾ ਮੁਕਾਬਲਾ ਕਰਾਂਗੇ। ਜਿਹੜਾ ਗੁਰੂ ਘਰ ਨਾਲ ਅੜੇਗਾ ਸੋ ਝੜੇਗਾ, ਜੋ ਸ਼ਰਨ ਪਰੇਗਾ ਸੋ ਤਰੇਗਾ। ਇਹ ਕਲਗੀਧਰ ਪਾਤਸ਼ਾਹ ਨੇ ਬੜੇ ਦਲੇਰੀ ਦੇ ਨਾਲ ਜਦੋਂ ਬਚਨ ਕਹੇ, ਸਾਰੇ ਸੂਰਮਿਆਂ ਦੇ ਡੋਲੇ ਫਰਕ ਉੱਠੇ। ਦੀਵਾਨ ਨੰਦ ਚੰਦ, ਪੰਡਤ ਦਇਆ ਰਾਮ, ਮਾਮਾ ਕਿਰਪਾਲ ਚੰਦ, ਭਾਈ ਸੰਗੋ ਸ਼ਾਹ, ਭਾਈ ਜੀਤਮਲ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ, ਸਾਰੇ ਸੂਰਮੇ ਇੱਕ ਥਾਂ ਤੇ ਇਕੱਠੇ ਹੋ ਗਏ। ਵਿਚਾਰ ਚੱਲੀ ਹੈ ਵੀ ਮੋਰਚਾਬੰਦੀ ਕਿੱਥੇ ਕੀਤੀ ਜਾਵੇ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਸਤਿਗੁਰੂ ਜੀ ਨੂੰ ਕਿ ਸਤਿਗੁਰੂ ਜੀ ਆਪ ਅੰਤਰਜਾਮੀ ਜਾਣੀ ਜਾਣ ਹੋ, ਪਰ ਜੇ ਮੇਰੀ ਵਿਚਾਰ ਮੰਨੋ ਤਾਂ ਦੁਸ਼ਮਣ ਨੂੰ ਹਮੇਸ਼ਾ ਦੂਰ ਜਾ ਕੇ ਮਾਰਨਾ ਚਾਹੀਦਾ ਤੇ ਆਪਾਂ ਭੰਗਾਣੀ ਦੇ ਮੈਦਾਨ ਵਿੱਚ ਮੋਰਚਾ ਲਾ ਲਈਏ। ਇੱਕ ਪਾਸੇ ਗਿਰੀ ਨਦੀ ਹੈ, ਇੱਕ ਪਾਸੇ ਜਮਨਾ ਹੈ, ਪਿਛਲੇ ਪਾਸੇ ਆਪਣਾ ਪੌਂਟਾ ਹੈ, ਸਾਹਮਣੇ ਪਾਸਿਓਂ ਹੀ ਆਉਣਗੇ, ਇੱਕੋ ਹੀ ਰਸਤਾ ਹੋਵੇਗਾ ਉਹਨਾਂ ਕੋਲ। ਤੇ ਜਦੋਂ ਆਉਣਗੇ ਤੇ ਫਿਰ ਮਾਰ ਮਾਰ ਕੇ ਨਦੀ ਚ ਰੋੜਾਂਗੇ। ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਚੱਲ ਕੇ ਇੱਕ ਵਾਰੀ ਉਹ ਜਗ੍ਹਾ ਵੇਖੋ। ਸਤਿਗੁਰੂ ਮਹਾਰਾਜ ਜੀ ਮਾਮਾ ਕਿਰਪਾਲ ਚੰਦ ਦੀ ਗੱਲ ਸੁਣ ਕੇ ਸਹਿਮਤ ਹੋ ਗਏ ਨੇ। ਉਸ ਤੋਂ ਅਗਲੀ ਕਥਾ ਕਵੀਰਾਜ ਭਾਈ ਸੰਤੋਖ ਸਿੰਘ ਜੀ ਬਿਆਨ ਕਰਦੇ ਆ। ਮਨ ਬਿਰਤੀਆਂ ਸ੍ਰੀ ਪੌਂਟਾ ਸਾਹਿਬ ਲੈ ਚੱਲੀਏ, ਪਾਤਸ਼ਾਹ ਦੇ ਚਰਨਾਂ ਦੇ ਸਿਰ ਝੁਕਾ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਕਿਰਪਾਲ ਕੀ ਬਾਤ ਕੋ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਮਾਮੇ ਕਿਰਪਾਲ ਚੰਦ ਦੀ ਗੱਲ ਸੁਣ ਕੇ ਸ੍ਰੀ ਸਤਿਗੁਰੂ ਕਿਰਪਾਲੂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਨ ਮਾਨੀ ਨੀਕੇ ਲਖੀ ਆਪਣੇ ਮਾਮੇ ਦੀ ਸਲਾਹ ਨੂੰ ਸਵੀਕਾਰ ਕਰ ਲਿਆ ਕਿ ਮਾਮਾ ਜੀ ਠੀਕ ਕਹਿੰਦੇ ਹਨ, ਮਸਲਤ ਠਾਣੇ ਟਾਲ। ਇਹਨਾਂ ਦੀ ਸਲਾਹ ਟਾਲਣ ਵਾਲੀ ਨਹੀਂ ਹੈ। ਜਿਹੜੀ ਇਹ ਸਲਾਹ ਦੇ ਰਹੇ ਨੇ ਜੰਗ ਦੇ ਪੁਆਇੰਟ ਤੋਂ ਬੜੀ ਵਧੀਆ ਹੈ, ਕਿਉਂਕਿ ਮਾਮਾ ਕਿਰਪਾਲ ਚੰਦ ਜੀ ਮਾਤਾ ਗੁਜਰੀ ਦੇ ਛੋਟੇ ਭਾਈ ਸਨ ਔਰ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਦੇ ਸਮੇਂ ਤੋਂ ਜੰਗਾਂ ਯੁੱਧਾਂ ਦੇ ਨਜ਼ਾਰੇ ਵੇਖਦੇ ਆਏ ਸਨ, ਪੁਰਾਣੇ ਤਜਰਬੇਕਾਰ ਸਨ, ਉਹਨਾਂ ਨੂੰ ਜੰਗ ਦੇ ਉਤਰਾਅ ਚੜਾਅ ਦਾ ਪਤਾ ਸੀ। ਇਸ ਕਰਕੇ ਉਹਨਾਂ ਦੀ ਸਲਾਹ, ਪੰਡਤ ਦਇਆ ਰਾਮ ਜੀ ਦੀ ਸਲਾਹ, ਦੀਵਾਨ ਨੰਦ ਚੰਦ ਜੀ ਦੀ, ਸਾਰਿਆਂ ਦੀ ਸਲਾਹ ਲੈ ਕੇ ਸਤਿਗੁਰੂ ਜੀ ਨੇ ਭੰਗਾਣੀ ਦਾ ਮੈਦਾਨ ਜੰਗ ਦੇ ਲਈ ਨੀਅਤ ਕਰ ਲਿਆ ਹੈ। ਜੋ ਪਈ ਨੰਦ ਚੰਦ ਪਿਖ ਗੁਰਮੁਖ ਹੋਰੀ। ਭਾਈ ਨੰਦ ਚੰਦ ਸਤਿਗੁਰਾਂ ਦੇ ਚਿਹਰੇ ਵੱਲ ਵੇਖਣ ਲੱਗੇ ਹਨ। ਬੋਲਿਓ ਬੋਹਰ ਜੁਗਮ ਕਰ ਜੋਰੀ। ਦੋਵੇਂ ਹੱਥ ਜੋੜ ਕੇ ਭਾਈ ਨੰਦ ਚੰਦ ਬੋਲਿਆ, ਮਹਾਰਾਜ ਸਿੱਖ ਕਰਾਵਰ ਕੇਰਾ। हे ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਇੱਕ ਸਿੱਖ ਐਨ ਸੁਦਾਗਰ ਧਨੀ ਬਡੇਰਾ। ਉਹ ਬੜਾ ਧਨੀ ਸੀ, ਮਾਇਆ ਵਾਲਾ ਸੀ, ਸੁਦਾਗਰ ਸੀ, ਘੋੜਿਆਂ ਦਾ ਵਪਾਰੀ ਸੀ। ਲੇਕਰ ਗਮਨਿਓ ਦਰਬ ਵਿਸ਼ੇਸ਼ੰ। ਮਹਾਰਾਜ ਉਹ ਸੁਦਾਗਰ ਲੱਖਾਂ ਕਰੋੜਾਂ ਦਾ ਮਾਲਕ ਸੀ ਤੇ ਉਸ ਨੇ ਬਹੁਤ ਸਾਰੀ ਮਾਇਆ ਖਰਚ ਕੇ ਦੇਖ ਕਸ਼ਮੀਰ ਆਦਪੁਰ ਦੇਸ਼ੰ। ਆਪ ਜੀ ਦੇ ਵਾਸਤੇ ਘੋੜੇ ਵੇਖੇ ਵੀ ਗੁਰੂ ਸਾਹਿਬ ਨੂੰ ਮੈਂ ਘੋੜੇ ਭੇਟਾ ਕਰਾਂਗਾ, ਕਿਉਂਕਿ ਕਲਗੀਧਰ ਪਾਤਸ਼ਾਹ ਦਾ ਹੁਕਮ ਸੀ ਜਦੋਂ ਵੀ ਸਾਡੇ ਚਰਨਾਂ ਵਿੱਚ ਕੋਈ ਭੇਟਾ ਲੈ ਕੇ ਆਉਣੀ ਹੈ, ਚੰਗਾ ਘੋੜਾ ਤੇ ਚੰਗਾ ਸ਼ਸਤਰ ਲੈ ਕੇ ਆਉਣਾ। ਜਿਹੜਾ ਚੰਗੀ ਢਾਲ, ਚੰਗੀ ਤਲਵਾਰ, ਚੰਗੀ ਬੰਦੂਕ, ਚੰਗਾ ਬਰਛਾ, ਚੰਗਾ ਕੋਈ ਸ਼ਸਤਰ ਲੈ ਕੇ ਆਵੇ ਜਾਂ ਚੰਗਾ ਘੋੜਾ ਲੈ ਕੇ ਆਵੇ, ਉਹਦੇ ਤੇ ਸਾਡੀ ਖੁਸ਼ੀ ਹੋਵੇਗੀ। ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰਾ ਸੁਦਾਗਰ ਬਹੁਤ ਮਾਇਆ ਧਾਰੀ ਸੀ ਤੇ ਗੁਰੂ ਸਾਹਿਬ ਦੀ ਇਹਦੇ ਉੱਤੇ ਕਿਰਪਾ ਸੀ। ਬੜਾ ਦਸਵੰਧ ਇਕੱਠਾ ਹੋਇਆ ਪਿਆ ਸੀ ਉਹਦੇ ਕੋਲ। ਉਹ ਕਸ਼ਮੀਰ ਆਦਿਕ ਇਲਾਕਿਆਂ 'ਚ ਘੋੜੇ ਵੇਖਦਾ ਫਿਰਿਆ। ਬੀਨ ਬੀਨ ਬਹੁਤ ਥਲ ਤੇ ਲੀਨਾ। ਉਹਨੇ ਚੁਣ ਚੁਣ ਕੇ ਚੰਗੀ ਨਸਲ ਦੇ ਵਧੀਆ ਸਿੰਧੀ, ਇਰਾਕੀ, ਮਾਰਵਾੜੀ,
ਕਿਸਮ ਦੇ ਚੰਗੇ ਚੰਗੇ ਘੋੜੇ ਖਰੀਦੇ ਹਨ ਤਿਸੀ ਪੰਥ ਕੋ ਆਵਨ ਕੀਨਾ। ਔਰ ਉਹ ਘੋੜੇ ਲੈ ਕੇ ਸਤਿਗੁਰੂ ਜੀ ਉਸੇ ਰਸਤੇ 'ਚ ਆ ਰਿਹਾ ਸੀ ਜਿਹੜੇ ਰਸਤੇ 'ਚ ਰਾਜਾ ਭੀਮ ਚੰਦ ਦੀ ਫੌਜ ਜਾ ਰਹੀ ਸੀ। ਭੀਮ ਚੰਦ ਨੇ ਨਿਰਪ ਜਬ ਸੁਨ ਪਾਏ। ਜਦੋਂ ਰਾਜਾ ਭੀਮ ਚੰਦ ਨੂੰ ਪਤਾ ਲੱਗਾ ਬਈ ਗੁਰੂ ਸਾਹਿਬ ਜੀ ਦੇ ਘੋੜੇ 100 ਘੋੜੇ ਸਿੱਖ ਲਈ ਜਾਂਦਾ ਹੈ, ਨੇਨ ਹੇਤ ਹੈ ਚਿਤ ਲਲਚਾਏ। ਰਾਜਾ ਭੀਮ ਚੰਦ ਦਾ ਮਨ ਬੇਈਮਾਨ ਹੋ ਗਿਆ। ਉਹ ਚਾਹੁੰਦਾ ਸੀ ਵੀ ਮੈਂ ਸਿੱਖਾਂ ਕੋਲੋਂ ਘੋੜੇ ਖੋਹ ਲਵਾਂ, ਕਿਉਂਕਿ ਗੁਰੂ ਵਾਸਤੇ ਲੈ ਕੇ ਜਾ ਰਹੇ ਨੇ ਤੇ ਗੁਰੂ ਮੇਰਾ ਦੁਸ਼ਮਣ ਹੈ। ਇਸ ਕਰਕੇ ਰਾਜਾ ਭੀਮ ਚੰਦ ਨੇ ਮਹਾਰਾਜ ਉਹ 100 ਘੋੜੇ ਖੋਹਣ ਦੀ ਇੱਛਾ ਕੀਤੀ। ਨਾਮ ਸੁਨਿਓਰਾ ਵਰ ਕੋ ਜਬੈ। ਜਦੋਂ ਉਹਨੂੰ ਪਤਾ ਲੱਗਾ ਵੀ ਆਪ ਜੀ ਦੇ ਘੋੜੇ ਹਨ ਜਿਤ ਕਿਸੈਨ ਭੇਜੀ ਤਿਨ ਤਬੈ। ਤਾਂ ਉਹਨੇ ਘੋੜੇ ਖੋਹਣ ਵਾਸਤੇ ਆਪਣੀ ਕੁਝ ਫੌਜ ਭੇਜ ਦਿੱਤੀ ਸੀ। ਸਿੱਖ ਸੁਦਾਗਰ ਕੋ ਸੁਧ ਹੋਈ। ਮਹਾਰਾਜ ਉਹ ਸੁਦਾਗਰ ਨੂੰ ਪਤਾ ਲੱਗ ਗਿਆ, ਉਹਨੂੰ ਖਬਰ ਮਿਲ ਗਈ ਵੀ ਰਾਜਾ ਭੀਮ ਚੰਦ ਤੇ ਪਹਾੜੀ ਲੋਕ ਸਾਡੇ ਘੋੜੇ ਖੋਹ ਕੇ ਲੈ ਜਾਣਗੇ। ਕਰਕੇ ਬੇਗ ਆਏ ਪੁਰਸੋਈ। ਮਹਾਰਾਜ ਉਹ ਬੜੀ ਛੇਤੀ ਨਾਲ ਵਾਹੁਦਾ ਹੀ ਤੁਰਦਾ ਹੋਇਆ ਸ੍ਰੀਨਗਰ ਸਾਡੇ ਕੋਲ ਪਹੁੰਚ ਗਿਆ। ਸੁਨ ਸ਼੍ਰੀ ਨਗਰ ਵਿਖੇ ਹਮ ਡੇਰਾ। ਕਿਉਂਕਿ ਉਸ ਸੁਦਾਗਰ ਨੂੰ ਕਿਤੋਂ ਪਤਾ ਲੱਗ ਗਿਆ ਵੀ ਸ੍ਰੀਨਗਰ ਦੇ ਵਿੱਚ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਜੀ ਦੀਆਂ ਫੌਜਾਂ 500 ਸਿੱਖਾਂ ਦੇ ਨਾਲ ਦੀਵਾਨ ਆਨੰਦ ਚੰਦ ਜੀ ਤੇ ਪੰਡਿਤ ਦਇਆ ਰਾਮ ਜੀ ਆਏ ਹੋਏ ਹਨ। ਉਤਰਿਓ ਆਨ ਨਿਡਰ ਤਿਸ ਬੇਰਾ। ਤੇ ਮਹਾਰਾਜ ਉਹ ਸਾਡੇ ਕੋਲ ਆ ਗਿਆ, ਉਹਦਾ ਡਰ ਦੂਰ ਹੋ ਗਿਆ, ਉਹਨੂੰ ਹੌਸਲਾ ਹੋ ਗਿਆ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਦਲ ਇੱਥੇ ਉਤਰਿਆ ਹੋਇਆ, ਮੈਂ ਘੋੜੇ ਗੁਰੂ ਨੂੰ ਭੇਟਾ ਕਰਨੇ ਨੇ, ਗੁਰੂ ਦੀਆਂ ਫੌਜਾਂ ਨੂੰ ਦੇ ਦਿਆਂਗਾ, ਆਪੇ ਹੀ ਪਹੁੰਚਾ ਦੇਣਗੇ। ਬਹਰ ਨਾ ਬਾਲੇ ਕਾਲਿਓ ਕਿਨ ਆਏ। ਮਹਾਰਾਜ ਜਦੋਂ ਘੋੜੇ ਸਾਡੇ ਕੋਲ ਪਹੁੰਚ ਗਏ ਫਿਰ ਰਾਜਿਆਂ ਦਾ ਜ਼ੋਰ ਨਹੀਂ ਚੱਲਿਆ। ਫਿਰ ਰਾਜਾ ਭੀਮ ਚੰਦ ਦੀਆਂ ਫੌਜਾਂ ਪਿਛਾ ਮੁੜ ਗਈਆਂ। ਮਿਲਿਓ ਰਹਿਓ ਆਨੰਦ ਉਪਜਾਏ। ਉਹ ਜਿੰਨੇ ਦਿਨ ਅਸੀਂ ਸ੍ਰੀਨਗਰ ਵਿੱਚ ਰਹੇ ਹਾਂ ਉਹ ਸੁਦਾਗਰ ਸਾਡੇ ਕੋਲ ਹੀ ਸਾਡੇ ਡੇਰੇ ਵਿੱਚ ਹੀ ਰਿਹਾ ਹੈ। ਵਿਗਰਿਓ ਫਤਿਹ ਸ਼ਾਹ ਜਿਸ ਕਾਲਾ। ਤੇ ਜਦੋਂ ਮਹਾਰਾਜ ਰਾਜਾ ਫਤਿਹ ਸ਼ਾਹ ਦੀ ਅੱਖ ਮੈਲੀ ਹੋ ਗਈ, ਰਾਜਾ ਫਤਿਹ ਸ਼ਾਹ ਆਪਣੇ ਕੁੜਮ ਭੀਮ ਚੰਦ ਦੇ ਆਖੇ ਲੱਗ ਕੇ ਸਾਡੇ ਨਾਲ ਵਿਗੜ ਗਿਆ। ਉਤਰੇ ਅਸ ਸਥਾਨ ਵਿਸਾਲਾ। ਜਦੋਂ ਜਿੱਥੇ ਸਾਡਾ ਦਲ ਉਤਰਿਆ ਹੋਇਆ ਸੀ, ਇਹ ਪੌਂਟਾ ਸਾਹਿਬ ਵੱਲ ਜਿਹੜਾ ਸ੍ਰੀਨਗਰ ਤੋਂ ਰਸਤਾ ਆਉਂਦਾ ਸੀ ਨਾ, ਉਸ ਰਸਤੇ 'ਚ ਇੱਕ ਬਾਗ ਸੀਗਾ। ਉਸ ਬਾਗ ਦੇ ਵਿੱਚ ਦੀਵਾਨ ਆਨੰਦ ਚੰਦ ਤੇ ਪੰਡਿਤ ਦਇਆ ਰਾਮ ਜੀ ਨੇ ਖਾਲਸੇ ਦੀਆਂ ਫੌਜਾਂ ਦੇ ਡੇਰੇ ਲਾਏ ਹੋਏ ਸਨ ਵੀ ਜਦੋਂ ਕਿਤੇ ਕੋਈ ਗੜਬੜ ਹੋਏਗੀ ਤੇ ਅਸੀਂ ਆਪਣੇ ਘੋੜੇ ਲੈ ਕੇ ਆਪਣੀ ਫੌਜ ਲੈ ਕੇ ਪੌਂਟਾ ਸਾਹਿਬ ਵੱਲ ਚਲੇ ਜਾਵਾਂਗੇ। ਸੋ ਇਸ ਕਰਕੇ ਉਹ ਸੁਦਾਗਰ ਵੀ ਸਾਡੇ ਕੋਲ ਹੀ ਆ ਠਹਿਰਿਆ। ਸੁਨ ਲਾਲਚ ਕਰ ਪੁਨ ਕਹਿਲੂਰੀ। ਜਦੋਂ ਰਾਜਾ ਫਤਿਹ ਸ਼ਾਹ ਤੇ ਭੀਮ ਚੰਦ ਆ ਸਾਡੇ ਨਾਲ ਵਿਗੜ ਗਏ, ਰਾਜਾ ਭੀਮ ਚੰਦ ਫਿਰ ਲਾਲਚ ਵਿੱਚ ਆ ਗਿਆ। ਉਹਨੂੰ ਘੋੜਿਆਂ ਦਾ ਲਾਲਚ ਫਿਰ ਜਾਗ ਪਿਆ। ਇਹ ਭੇਜਿਓ ਕਰ ਤੂਰਨ ਪੂਰੀ। ਉਹਨੇ ਛੇਤੀ ਦੇ ਨਾਲ ਆਪਣੀਆਂ ਫੌਜਾਂ ਨੂੰ ਕਹਿ ਭੇਜਿਆ। ਤੁਰੰਗ ਵਿਸਾਲ ਮੋਲ ਬੜ ਕੇਰੇ। ਕਹਿਣ ਲੱਗਾ ਗੁਰੂ ਦੇ ਸਿੱਖਾਂ ਕੋਲ ਘੱਟੋ ਘੱਟ 600 ਘੋੜੇ ਹਨ। 500 ਤੇ ਉਹ ਘੋੜੇ ਸਨ ਜਿਹੜੇ ਪੌਂਟਾ ਸਾਹਿਬ ਤੋਂ ਫੌਜ ਲੈ ਕੇ ਗਈ ਸੀ, ਤੇ 100 ਘੋੜੇ ਉਹ ਸਨ ਜਿਹੜੇ ਸੁਦਾਗਰ ਨੇ ਗੁਰੂ ਘਰ ਨੂੰ ਭੇਟਾ ਦਿੱਤੇ ਸਨ। ਸੋ 600 ਘੋੜਿਆਂ ਨੂੰ ਵੇਖ ਕੇ ਰਾਜਾ ਭੀਮ ਚੰਦ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ। ਛੀਨ ਲੈ ਹੋ ਨਹਿ ਦੀਜਹਿ ਫੇਰੇ। ਕਹਿਣ ਲੱਗਾ ਸਿੱਖਾਂ ਕੋਲੋਂ 600 ਦੇ 600 ਘੋੜੇ ਖੋਹ ਲਓ, ਇਹਨਾਂ ਦੇ ਸ਼ਸਤਰ ਵੀ ਖੋਹ ਲਓ ਤੇ ਸਾਰਾ ਕੁਝ ਖੋਹ ਕੇ ਇਹਨਾਂ ਨੂੰ ਤੋੜ ਦਿਓ। ਫਤਿਹ ਸ਼ਾਹ ਪਟਕੀਨ ਸਤਿਆਰੀ। ਰਾਜੇ ਫਤਿਹ ਸ਼ਾਹ ਨੇ ਆਪਣੀ ਫੌਜ ਤਿਆਰ ਕਰ ਦਿੱਤੀ ਆਪਣੇ ਕੁੜਮ ਦੇ ਆਖੇ ਲਾ ਕੇ। ਹਾਲਾਂਕਿ ਫਤਿਹ ਸ਼ਾਹ ਨਹੀਂ ਸੀ ਚਾਹੁੰਦਾ ਗੁਰੂ ਘਰ ਨਾਲ ਵਿਗਾੜ ਪਾਵਾਂ। ਉਹ ਗੁਰੂ ਮਹਾਰਾਜ ਦੀਆਂ ਸ਼ਕਤੀਆਂ ਨੂੰ ਜਾਣਦਾ ਸੀ। ਉਹਨੂੰ ਪਤਾ ਸੀ ਵੀ ਸਤਿਗੁਰੂ ਪਾਤਸ਼ਾਹ ਬੜੇ ਦਿਆਲੂ, ਕਿਰਪਾਲੂ, ਸੂਰਬੀਰ, ਯੋਧੇ, ਜਪੀ ਤਪੀ ਸਾਰੇ ਗੁਣਾਂ 'ਚ ਪੂਰੇ ਹਨ। ਪਰ ਜਦੋਂ ਸਾਧ ਸੰਗਤ ਜੀ ਰਾਜਾ ਭੀਮ ਚੰਦ ਨੇ ਫਤਿਹ ਸ਼ਾਹ ਨੂੰ ਧਮਕੀ ਦਿੱਤੀ ਵੀ ਜੇ ਤੂੰ ਗੁਰੂ ਗੋਬਿੰਦ ਸਿੰਘ ਨਾਲ ਲੜੇਗਾ ਫਿਰ ਤਾਂ ਮੈਂ ਤੇਰੀ ਲੜਕੀ ਲੈ ਜਾਵਾਂਗਾ, ਤੇ ਜੇ ਤੂੰ ਮੇਰੇ ਨਾਲ ਰਲ ਕੇ ਗੁਰੂ ਦਾ ਮੁਕਾਬਲਾ ਨਹੀਂ ਕਰੇਗਾ ਤੇ ਆਪਣੀ ਲੜਕੀ ਘਰ ਰੱਖ, ਮੈਂ ਡੋਲਾ ਹੀ ਛੱਡ ਜਾਵਾਂਗਾ। ਹੁਣ ਵਿਆਹੀ ਹੋਈ ਕੁੜੀ ਘਰ ਰੱਖਣੀ ਬੜੀ ਔਖੀ ਸੀ ਫਤਿਹ ਸ਼ਾਹ ਵਾਸਤੇ। ਆਪਣੇ ਕੁੜਮ ਦੇ ਆਖੇ ਲੱਗ ਕੇ ਭੀਮ ਚੰਦ ਦੇ
ਰਾਜਾ ਫਤਿਹ ਸ਼ਾਹ ਗੁਰੂ ਘਰ ਦਾ ਵੈਰੀ ਬਣ ਗਿਆ। ਪਹੁੰਚੀ ਟਿਕ ਹਮਰੇ ਸੁਧ ਸਾਰੀ। ਇਹ ਸਤਿਗੁਰੂ ਜੀ, ਜਦੋਂ ਭੀਮ ਚੰਦ ਤੇ ਫਤਿਹ ਸ਼ਾਹ ਸਾਡੇ ਨਾਲ ਅੱਖ ਮੈਲੀ ਕਰ ਗਏ, ਅਸੀਂ ਉਹਨਾਂ ਦੀ ਨਜ਼ਰ ਭਾਂਪ ਗਏ। ਸਾਨੂੰ ਖਬਰ ਮਿਲ ਗਈ ਵੀ ਇਹ ਤਾਂ ਸਾਡੇ ਘੋੜੇ ਵੀ ਖੋਹਣ ਨੂੰ ਫਿਰਦੇ ਨੇ, ਇਹ ਤਾਂ ਸਾਡੇ ਸ਼ਸਤਰ ਵੀ ਖੋਹਣ ਨੂੰ ਫਿਰਦੇ ਨੇ, ਇਹ ਤਾਂ ਸਾਨੂੰ ਜਾਨੋਂ ਮਾਰਨ ਨੂੰ ਫਿਰਦੇ ਨੇ। ਤਕਰੇ ਹੋਏ ਜੀਨ ਹੈ ਡਾਲੇ। ਅਸੀਂ ਫਟਾਫਟ ਤਕੜਾਈ ਕੀਤੀ, ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਗਏ ਅਰੂਡਨ ਇਤ ਕੋ ਚਾਲੇ। ਉਸੇ ਵੇਲੇ ਚਾਲੇ ਦਾ ਮਹਾਰਾਜ ਅਸੀਂ ਨਗਾਰਾ ਵਜਾਤਾ ਤੇ ਉਥੋਂ ਚਾਲੇ ਪਾ ਕੇ ਇਧਰ ਨੂੰ ਸ੍ਰੀ ਪੌਂਟਾ ਸਾਹਿਬ ਨੂੰ ਚੱਲ ਪਏ। ਲਖਿਓ ਪ੍ਰਤਾਪ ਗੁਰੂ ਕੋ ਮਹਾ। ਮਹਾਰਾਜ ਬੜਾ ਖਤਰਨਾਕ ਘਾਟਾ ਸੀਗਾ। ਇੰਨੀ ਕੁ ਥਾਂ ਸੀ, ਇੱਕ ਪਾਸੇ ਉੱਚੀਆਂ ਅਸਮਾਨ ਨੂੰ ਛੂੰਹਦੀਆਂ ਪਹਾੜੀਆਂ ਤੇ ਇੱਕ ਪਾਸੇ ਗੰਗਾ ਦੀ ਖੱਡ ਬੜੀ ਤਗੜੀ, ਥੱਲੇ ਗੰਗਾ ਵਗਦੀ ਹੈ। ਔਰ ਸਾਧ ਸੰਗਤ ਜੀ, ਉਹਦੇ ਚ ਗੰਗਾ ਵਿੱਚ ਕੋਈ ਹਾਥੀ, ਘੋੜਾ, ਟਰੱਕ, ਬੱਸ ਕੁਛ ਵੀ ਅੱਜ ਵੀ ਡਿੱਗ ਜਾਵੇ ਨਾ, ਉਹਦਾ ਕੁਛ ਨਹੀਂ ਲੱਭਦਾ ਹਰਿਦੁਆਰ ਤੱਕ। ਉਹ ਰੋੜੀ ਆਉਂਦੀ, ਇੰਨੀ ਸਪੀਡ ਹੈ ਨਾ ਉੱਥੇ ਪਾਣੀ ਦੀ। ਤੁਸੀਂ ਗਏ ਹੋਵੋਗੇ ਹੇਮਕੁੰਟ ਸਾਹਿਬ, ਹੇਮਕੁੰਟ ਸਾਹਿਬ ਦੇ ਰਸਤੇ ਵਿੱਚ ਸ੍ਰੀਨਗਰ ਹੈ, ਅੱਧ ਵਿਚਕਾਰ ਦੇ ਵਿੱਚ, ਉੱਥੋਂ ਦਾ ਇਹ ਵਾਕਿਆ ਹੈ। ਤੋ ਉਸ ਜਗ੍ਹਾ ਤੇ ਕਹਿੰਦੇ ਆ ਬਈ ਬੜਾ ਖਤਰਨਾਕ ਘਾਟਾ ਸੀ ਤੇ ਸਿੱਖਾਂ ਨੂੰ ਉਸ ਘਾਟੇ ਤੇ ਰੋਕਣ ਦੇ ਲਈ ਪਹਾੜੀ ਰਾਜਿਆਂ ਨੇ ਉੱਪਰ ਫੌਜਾਂ ਲਾ ਦਿੱਤੀਆਂ, ਪਿੱਛੇ ਫੌਜਾਂ ਲਾਤੀਆਂ ਵੀ ਸਿੱਖਾਂ ਨੂੰ ਮਾਰ ਮਾਰ ਕੇ ਨਦੀ 'ਚ ਰੋੜੀ ਜਾਓ ਤੇ ਇਹਨਾਂ ਦੇ ਸ਼ਸਤਰ ਤੇ ਸਾਰਾ ਘੋੜੇ ਘਾੜੇ ਖੋਲੋ। ਪਰ ਗੁਰੂ ਸਾਹਿਬ ਜੀ, ਆਪ ਜੀ ਨੇ ਬੜੀ ਕਿਰਪਾ, ਲਖਿਓ ਪ੍ਰਤਾਪ ਗੁਰੂ ਕੋ ਮਹਾ। ਉੱਥੇ ਆਪ ਜੀ ਦਾ ਪ੍ਰਤਾਪ ਵੇਖਿਆ ਜਦੋਂ ਤੁਹਾਡੇ ਅੱਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ, ਤੇ ਤੁਸੀਂ ਸਾਨੂੰ ਉੱਥੇ ਤੱਤੀ ਵਾਹ ਨਹੀਂ ਲੱਗਣ ਦਿੱਤੀ। ਮਹਾਰਾਜ ਆਪ ਜੀ ਨੇ ਵਾਲ ਵਿੰਗਾ ਨਹੀਂ ਹੋਣ ਦਿੱਤਾ। ਆਪ ਜੀ ਸਾਰੀਆਂ ਫੌਜਾਂ ਨੂੰ, ਘੋੜਿਆਂ ਨੂੰ ਸਹੀ ਸਲਾਮਤ ਪੌਂਟਾ ਸਾਹਿਬ ਲੈ ਆਏ ਹੋ। ਪਹੁੰਚ ਨਾ ਸਕਿਓ ਆਏ ਕੋ ਤਹਾ। ਆਪ ਜੀ ਦੀ ਕਿਰਪਾ ਨਾਲ ਕੋਈ ਵੈਰੀ ਨੇੜੇ ਨਹੀਂ ਆ ਸਕਿਆ। ਮਹਾਰਾਜ ਥੋੜਾ ਜਿਹਾ ਪਹਾੜੀਏ ਰਸਤੇ 'ਚ ਖੜੇ ਸੀ ਬੰਦੂਕਾਂ ਲੈ ਕੇ। ਜਦੋਂ ਅਸੀਂ ਸਿੱਧੀਆਂ ਗੋਲੀਆਂ ਉਹਨਾਂ ਵੱਲ ਛੱਡੀਆਂ, ਕੁਝ ਮਾਰੇ ਗਏ, ਕੁਝ ਜ਼ਖਮੀ ਹੋ ਕੇ ਭੱਜ ਗਏ। ਵੱਡੇ ਯਤਨ ਕਰ ਸਭ ਹੈ ਲਿਆਏ। ਤੁਹਾਡੀ ਕਿਰਪਾ ਨਾਲ ਬੜਾ ਯਤਨ ਕਰਕੇ ਸੱਚੇ ਪਾਤਸ਼ਾਹ 600 ਦੇ 600 ਘੋੜੇ ਵੀ ਆ ਗਏ ਨੇ, 500 ਜਵਾਨ ਵੀ ਸਹੀ ਸਲਾਮਤ ਆ ਗਏ ਨੇ। ਤੇ ਗੁਰੂ ਜੀ, ਜਿਹੜਾ 1.25 ਲੱਖ ਦਾ ਤੰਬੋਲ ਆਪ ਜੀ ਨੇ ਭੇਜਿਆ ਸੀ ਰਾਜੇ ਫਤਿਹ ਸ਼ਾਹ ਦੀ ਲੜਕੀ ਨੂੰ ਦੇਣ ਵਾਸਤੇ, ਦਾਜ ਕੰਨਿਆਦਾਨ, ਉਹਦੇ 'ਚ ਸੋਨੇ ਦੀਆਂ ਥਾਲੀਆਂ, ਚਾਂਦੀ ਦੀਆਂ ਕੌਲੀਆਂ, ਗਲਾਸ, ਭਾਂਡੇ, ਛੰਨੇ, ਬੜੇ ਕੀਮਤੀ ਲੜਕੀ ਦੇ ਪਾਉਣ ਵਾਲੇ ਗਹਿਣੇ, ਹੀਰਿਆਂ ਦੇ ਹਾਰ, ਮੋਤੀਆਂ ਦੇ ਹਾਰ ਅਤੇ ਬਹੁਤ ਕੀਮਤੀ ਕੱਪੜੇ ਰਾਜਿਆਂ ਮਹਾਰਾਜਿਆਂ ਨੂੰ ਮਹਾਰਾਜ ਨੇ ਸਰੋਪੇ ਵਜੋਂ ਬਖਸ਼ਿਸ਼ ਕਰਕੇ ਭੇਜੀ ਸੀ। ਕਿਉਂਕਿ ਫਤਿਹ ਸ਼ਾਹ ਨੇ ਮਹਾਰਾਜ ਨੂੰ ਬੁਲਾਇਆ ਸੀ ਵੀ ਮੇਰੀ ਲੜਕੀ ਦੇ ਵਿਆਹ ਤੇ ਆਓ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਅਸੀਂ ਨਹੀਂ ਆ ਸਕਦੇ, ਕਿਉਂਕਿ ਇੱਕ ਤਾਂ ਸਾਡੇ ਜਾਣ ਨਾਲ ਸੰਗਤਾਂ ਹੀ ਇੰਨੀਆਂ ਪਹੁੰਚ ਜਾਣੀਆਂ ਤੁਹਾਡੇ ਉੱਥੇ ਵੀ ਤੁਹਾਡੇ ਕੋਲੋਂ ਨਾ ਮੇਲ ਸਾਂਭਿਆ ਜਾਣਾ, ਨਾ ਬਰਾਤ, ਤਾਂ ਸਾਡੀ ਸੰਗਤ ਕਿੱਥੇ ਸਾਂਭ ਲੋਗੇ ਤੁਸੀਂ। ਤੇ ਦੂਜੀ ਗੱਲ ਇਹ ਵੀ ਤੁਹਾਡੇ ਕਈ ਰਾਜਿਆਂ ਨਾਲ ਸਾਡੀ ਬਣਦੀ ਕੋਈ ਨਹੀਂ, ਉੱਥੇ ਕਿਤੇ ਲੜਾਈ ਨਾ ਛਿੜ ਜਾਵੇ, ਵਿਆਹ ਦੇ ਵਿੱਚ ਹੀ ਡਾਂਗ ਸੋਟਾ ਹੋ ਜਾਵੇ। ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਆਪਣੇ ਸਿੱਖ ਭੇਜਾਂਗੇ। ਮਹਾਰਾਜ ਨੇ 1.25 ਲੱਖ ਦਾ ਤੰਬੋਲ ਭੇਜਿਆ ਸੀ ਫਤਿਹ ਸ਼ਾਹ ਦੀ ਲੜਕੀ ਵਾਸਤੇ। ਜਦੋਂ ਦੀਵਾਨ ਆਨੰਦ ਚੰਦ ਜੀ ਤੇ ਪੰਡਤ ਦਇਆ ਰਾਮ ਜੀ ਨੇ ਵੇਖਿਆ ਵੀ ਇਹ ਤਾਂ ਸਾਡੇ ਦੁਸ਼ਮਣ ਬਣ ਗਏ ਨੇ, ਇਹਨਾਂ ਨੂੰ ਕਾਹਦਾ ਨਿਉਂਦਾ ਦੇਣਾ, ਨਿਉਂਦਾ ਤੇ ਸੱਜਣਾ ਮਿੱਤਰਾਂ ਨੂੰ ਦੇਈਦਾ, ਤੇ ਜਿਹੜਾ ਬੰਦਾ ਦੁਸ਼ਮਣ ਹੀ ਬਣ ਗਿਆ ਉਹਦੇ ਨਾਲ ਕਾਹਦੀ ਨਿਉਂਦਾ ਭਾਜੀ। 1.25 ਲੱਖ ਦਾ ਤੰਬੋਲ ਵੀ ਚੁੱਕ ਲਿਆਏ, ਆਪਣੇ ਸ਼ਸਤਰ ਬਸਤਰ ਸੰਭਾਲ ਕੇ ਪੌਂਟਾ ਸਾਹਿਬ ਵਾਪਸ ਆ ਗਏ। ਰਾਵਰ ਕੀ ਸਹਾਇਤਾ ਪਾਏ। ਇਹ ਪਾਤਸ਼ਾਹ, ਇਹ ਸਭ ਤੁਹਾਡੀ ਕਿਰਪਾ ਨਾਲ ਹੋਇਆ। ਸਾਡਾ ਕੋਈ ਬਲ ਨਹੀਂ, ਸਾਡੀ ਕੋਈ ਸਿਆਣਪ ਨਹੀਂ, ਸਾਡੀ ਕੋਈ ਚਤੁਰਾਈ ਨਹੀਂ। ਆਪ ਜੀ ਨੇ ਅਗੰਮੀ ਫੌਜਾਂ, ਸ਼ਹੀਦੀ ਫੌਜਾਂ ਭੇਜੀਆਂ ਜਿਹਨੇ ਸਾਡੀ ਸਹਾਇਤਾ ਕੀਤੀ ਹੈ। ਕਿਰਪਾ ਕਰੋ ਸਭ ਦੇਖਣ ਕੀਜੈ। ਮਹਾਰਾਜ ਕਿਰਪਾ ਕਰੋ, ਚੱਲ ਕੇ ਹੁਣ ਘੋੜੇ ਵੇਖ ਲਓ ਆਪਣੇ। ਜਿਹੜੇ ਤੁਹਾਡੇ ਘੋੜੇ ਸਨ ਉਹ ਵੀ ਆ ਗਏ ਨੇ, ਜਿਹੜੇ 100 ਘੋੜਾ ਹੋਰ ਉਹ ਵੀ ਆ ਗਿਆ। ਉਹਦੇ ਵੀ ਮਹਾਰਾਜ ਆਪ ਇੱਕ ਵਾਰੀ ਨੇਤਰ ਝਾੜੂ ਕਰ ਲਓ ਤਾਂ ਕਿ ਉਹ ਸਿੱਖ ਦੀ ਸ਼ਰਧਾ ਪੂਰੀ ਹੋ ਜਾਵੇ, ਜਿਹਨੇ ਬੜੀ ਭਾਵਨਾ ਨਾਲ 100 ਘੋੜਾ ਖਰੀਦਿਆ। ਸਾਧ ਸੰਗਤ ਜੀ, ਘੋੜਾ ਬੜਾ, ਇੱਕ ਘੋੜਾ ਖਰੀਦਣਾ ਹੋਵੇ ਤੇ ਹਜ਼ਾਰਾਂ ਰੁਪਇਆ ਲੱਗਦਾ। ਉਹਨੇ 100 ਘੋੜਾ ਪਤਾ ਨਹੀਂ ਕਿੰਨੇ ਲੱਖਾਂ ਦੀ ਉਹਨੇ ਲਾਗਤ ਲਾ ਕੇ ਘੋੜੇ ਲਿਆਂਦੇ।
ਮਹਾਰਾਜ ਚੱਲ ਕੇ ਆਪ ਜੀ ਵੇਖ ਲਵੋ। ਵੀਰਨ ਕੋਰਨ ਹਿਤ ਤੇ ਅਬਦੀਜੈ। ਉਹ ਜਿਹੜੇ ਘੋੜੇ ਨੇ ਮਹਾਰਾਜ ਆਪਣੀ ਫੌਜ ਨੂੰ ਵੰਡ ਦਿਓ, ਤਕਸੀਮ ਕਰ ਦਿਓ। ਜਿਹੜੇ ਜਿਹੜੇ ਯੋਧਿਆਂ ਨੂੰ, ਨੌਜਵਾਨਾਂ ਨੂੰ, ਸੂਰਮਿਆਂ ਨੂੰ ਘੋੜੇ ਚਾਹੀਦੇ ਨੇ, ਜਿਨ੍ਹਾਂ ਦੇ ਘੋੜੇ ਬਿਮਾਰ ਨੇ, ਜਿਨ੍ਹਾਂ ਦੇ ਘੋੜੇ ਕਮਜ਼ੋਰ ਨੇ, ਉਹਨਾਂ ਨੂੰ ਤਾਜ਼ਾ ਦਮ ਘੋੜੇ ਦੇ ਦਿਓ। ਆਛੀ ਬਾਤ ਜਾਨ ਗੁਰ ਪੂਰੇ। ਸ੍ਰੀ ਕਲਗੀਧਰ ਪਾਤਸ਼ਾਹ ਦੀਵਾਨ ਆਨੰਦ ਚੰਦ ਦੀ ਇਹ ਗੱਲ ਸੁਣ ਕੇ ਵਿਖੇ ਤੁਰੰਗਮ ਸਗਰੇ ਰੂਰੇ। ਆਪ ਉੱਠ ਕੇ ਬਾਹਰ ਆਏ। ਤਬੇਲੇ ਵਿੱਚ ਨਵੇਂ ਘੋੜੇ ਜਿਹੜੇ ਆਏ ਸਨ, ਸਾਰੇ ਇੱਕ ਤੋਂ ਇੱਕ ਚੜ੍ਹਦੇ ਸਨ। ਕੋਈ ਸਿੰਧੀ ਘੋੜੇ ਸਨ, ਕੋਈ ਮਾਰਵਾੜੀ ਨਸਲ ਦੇ ਸਨ, ਕੋਈ ਅਰਬੀ ਨਸਲ ਦੇ ਸਨ। ਨਸਲ ਨਸਲ ਦੇ ਭਾਂਤ ਭਾਂਤ ਦੇ ਸੋਹਣੇ ਸੁੰਦਰ ਘੋੜੇ ਕਲਗੀਧਰ ਜੀ ਨੇ ਧੱਕੇ ਹਨ। ਸਿੱਖ ਕੋ ਖੁਸ਼ੀ ਕਰੀ ਮਨ ਭਾਵਤ। ਤੇ ਜਿਹੜਾ ਸਿੱਖ ਘੋੜੇ ਲੈ ਕੇ ਆਇਆ ਸੀ ਸੁਦਾਗਰ, ਉਹਦੇ ਤੇ ਖੁਸ਼ੀਆਂ ਕਰ ਦਿੱਤੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਐਸੀ ਕਿਰਪਾ ਦ੍ਰਿਸ਼ਟੀ ਕੀਤੀ, ਉਸ ਸਿੱਖ ਦਾ ਲੋਕ ਵੀ ਸਵਾਰ ਦਿੱਤਾ, ਉਹਦਾ ਪਰਲੋਕ ਵੀ ਸਵਾਰ ਦਿੱਤਾ। ਤਯੋ ਨਿਹਾਲ ਆਨੰਦ ਉਪਾਵਤ। ਕਹਿੰਦੇ ਉਹ ਸਿੱਖ ਨਿਹਾਲ ਹੋ ਗਿਆ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਮਿਹਰ ਦੀ ਨਿਗਾਹ ਕਰਕੇ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਆਨੰਦ ਚੰਦ ਦੇ ਨਾਲ ਉਹ ਜਿਹੜਾ ਸੁਦਾਗਰ ਸੀ ਨਾ, ਉਹਦਾ ਲੋਕ ਪਰਲੋਕ ਸੁਧਾਰ ਦਿੱਤਾ। ਜੋ ਜਿਸ ਲਾਇਕ ਪਟ ਕੋ ਜਾਨਾ। ਔਰ ਜਿਹੜਾ ਸੂਰਮਾ ਵੇਖਿਆ ਵੀ ਘੋੜੇ ਤੋਂ ਖਾਲੀ ਹੈ, ਜਿਹਦਾ ਘੋੜਾ ਬਿਮਾਰ ਹੈ, ਜਿਹਦਾ ਘੋੜਾ ਲਿੱਸਾ ਹੈ, ਉਹਨੂੰ ਮਹਾਰਾਜ ਨੇ ਨਵੇਂ ਘੋੜੇ ਦੇ ਦਿੱਤੇ ਹਨ। ਏਤ ਉਰੂਟਨ ਕੇ ਹੈ ਦਾਨਾ। ਸਵਾਰੀ ਵਾਸਤੇ, ਜੰਗ ਵਾਸਤੇ ਯੋਧਿਆਂ ਨੂੰ ਚੰਗੇ ਚੰਗੇ ਘੋੜੇ ਅਰਦਾਸੇ ਕਰਾਏ ਹਨ। ਸੁੰਦਰ ਜੀਨ ਪਾਏ ਕਰ ਚੜੇ। ਔਰ ਸੂਰਮੇ ਨਵੇਂ ਘੋੜਿਆਂ ਤੇ ਸੋਹਣੀਆਂ ਕਾਠੀਆਂ ਪਾ ਕੇ ਸਵਾਰ ਹੋਏ ਨੇ। ਚਪਲ ਬਲੀ ਲਖ ਔਰ ਮੁਦ ਬੜੇ। ਬੜੇ ਚੰਚਲ ਬਲੀ ਘੋੜੇ ਨੇ, ਵੇਖ ਕੇ ਮਨ ਖੁਸ਼ ਹੁੰਦਾ ਹੈ। ਗੋਰੀ ਡਾਰੇ ਅਨਕ ਸੁਨਾਰੇ। ਉਧਰੋਂ ਸਾਧ ਸੰਗਤ ਜੀ ਗੁਰੂ ਦੇ ਅਸਲੇ ਖਾਨੇ ਦੇ ਵਿੱਚ ਸੁਨਿਆਰੇ ਆ ਬੈਠੇ ਨੇ। ਸੁਨਿਆਰੇ ਸਿੱਕਾ ਢਾਲ ਕੇ ਗੋਲੀਆਂ ਬਣਾ ਰਹੇ। ਅੱਜ ਕੱਲ ਤਾਂ ਗੋਲੀਆਂ ਫੈਕਟਰੀਆਂ 'ਚ ਬਣਦੀਆਂ, ਪਹਿਲਾਂ ਜਿਹੜੀਆਂ ਗੋਲੀਆਂ ਸਨ ਉਹ ਸੁਨਿਆਰੇ ਬਣਾਇਆ ਕਰਦੇ ਸਨ। ਸਿੱਕਾ ਢਾਲ ਕੇ ਉਹਦੀ ਗੋਲੀ ਬਣਦੀ ਸੀ, ਤੇ ਉਹ ਪਿੱਛੇ ਪਹਿਲਾਂ ਬਰੂਦ ਦੀ ਕੁੱਪੀ ਪਾਉਂਦੇ ਸੀ, ਫਿਰ ਗੋਲੀ ਪਾਉਂਦੇ ਸੀ, ਫਿਰ ਉਹਨੂੰ ਗੱਜ ਨਾਲ ਠੋਕਦੇ ਸੀ, ਫਿਰ ਉਹਨੂੰ ਤੋੜਾ ਲਾਉਂਦੇ ਸੀ, ਫਿਰ ਉਹ ਗੋਲੀ ਚੱਲਦੀ ਸੀ। ਸੋ ਸੁਨਿਆਰਿਆਂ ਨੂੰ ਮਹਾਰਾਜ ਨੇ ਬਹੁਤ ਸਾਰਾ ਸਿੱਕਾ ਲਿਆ ਕੇ ਦਿੱਤਾ ਵੀ ਗੋਲੀਆਂ ਢਾਲੋ, ਕਿਉਂਕਿ ਜੰਗ ਸਿਰ ਤੇ ਆ ਚੁੱਕਾ ਹੈ। ਬ੍ਰਿੰਦ ਬਰੂਦ ਤਿਆਰ ਤਿਸ ਬਾਰੇ। ਬਹੁਤ ਸਾਰੀਆਂ ਬੋਰੀਆਂ ਬਰੂਦ ਦੀਆਂ ਮੰਗਾਈਆਂ, ਗੱਡਿਆਂ ਦੇ ਗੱਡੇ ਬਰੂਦ ਆ ਗਿਆ, ਤੇ ਗੱਡਿਆਂ ਦੇ ਗੱਡੇ ਸਿੱਕਾ ਆ ਗਿਆ। ਸਿੱਕਾ ਢਾਲ ਢਾਲ ਕੇ ਦਾਰੂ ਸਿੱਕਾ ਤਿਆਰ ਹੋ ਰਿਹਾ ਹੈ। ਇਤਕ ਪਟਨ ਕੋ ਤੋਮਰ ਦੇ। ਕਈ ਸੂਰਮਿਆਂ ਨੂੰ ਮਹਾਰਾਜ ਨੇ ਬਰਛੇ ਦਿੱਤੇ, ਜਿਹੜੇ ਬਰਛਾ ਚਲਾਉਣ ਦੇ ਮਾਹਰ ਹਨ, ਕਿਉਂਕਿ ਬਰਛਾ ਐਸਾ ਸ਼ਸਤਰ ਹੈ ਜਿਹੜਾ ਨੇੜੇ ਵੀ ਆਵੇ 10-20 ਨੂੰ ਨੇੜੇ ਨਹੀਂ ਲੱਗਣ ਦਿੰਦਾ, ਤੇ ਜੇ ਦੂਰ ਵੀ ਦੁਸ਼ਮਣ ਖੜਾ ਹੋਵੇ ਤੇ ਵਗਾ ਕੇ ਉਹਦੀ ਛਾਤੀ 'ਚ ਕਿੱਲਿਆਂ ਤੱਕ ਦੂਰ ਸੂਰ ਮਾਰ ਦਿੰਦੇ ਆ ਸੂਰਮੇ, ਤੇ ਛਾਤੀ ਪਾੜ ਦਿੰਦੇ ਆ। ਇਹੋ ਜਿਹਾ ਬਰਛੇ ਚਲਾਉਣ ਵਾਲਿਆਂ ਨੂੰ ਮਹਾਰਾਜ ਨੇ ਚੰਗੇ ਚੰਗੇ ਜੰਗੀ ਬਰਛੇ ਦਿੱਤੇ ਹਨ। ਰੰਗ ਤਵਾਏ ਕਿਸਾਲ ਪਰਮੇ। ਉਹ ਆਪਣੇ ਆਪਣੇ ਘੋੜਿਆਂ ਤੇ ਚੜ ਕੇ ਬਰਛੇ ਘੁਮਾ ਘੁਮਾ ਕੇ ਵਗਾ ਵਗਾ ਕੇ ਮਾਰਦੇ ਹਨ। ਦੇ ਚਰਕਸ਼ੀ ਰਚਰ ਨਿਖੰਗ। ਔਰ ਬੜੇ ਸੋਹਣੇ ਪੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸੂਰਮਿਆਂ ਨੂੰ ਦਿੱਤੇ ਹਨ, ਜਿਨ੍ਹਾਂ ਵਿੱਚ ਬੜੇ ਬੜੇ ਸੋਹਣੇ ਜੰਗੀ ਤੀਰ ਭਰੇ ਹੋਏ ਹਨ, ਜਿਹੜੇ ਸ਼ੁਕਾਟੇ ਪਾਉਂਦੇ ਦੁਸ਼ਮਣ ਦੀ ਛਾਤੀ 'ਚ ਵੱਜਣਗੇ, ਵੈਰੀ ਦੀਆਂ ਛਾਤੀਆਂ ਨਾਪ ਦੇਣਗੇ। ਕਰ ਪੂਰਨ ਖਰ ਕਪਰਨ ਸੰਗ। ਔਰ ਕਹਿੰਦੇ ਖੱਪਰਿਆਂ ਨਾਲ ਭਰ ਭਰ ਕੇ ਤੀਰਾਂ ਦੇ ਪੱਥੇ ਸਤਿਗੁਰੂ ਜੀ ਨੇ ਦਿੱਤੇ ਹਨ। ਇਤਕ ਸੁਬਟਨ ਤੁਨਕ ਕਠੋਰਾ। ਕਈ ਸੂਰਮਿਆਂ ਨੂੰ ਭਾਰੀ ਭਾਰੀ ਧਨੁਸ਼ ਦਿੱਤੇ ਹਨ, ਜਿਹੜੇ ਤੀਰ ਅੰਦਾਜ਼ੀ ਵਿੱਚ ਬੜੇ ਚੰਗੇ ਮਾਰ ਨਿਸ਼ਾਨੇਬਾਜ਼ ਹਨ, ਜਿਨ੍ਹਾਂ ਦਾ ਤੀਰ ਐ ਨਿਸ਼ਾਨੇ ਤੇ ਵੱਜਦਾ। ਉਹਨਾਂ ਨੂੰ ਮਹਾਰਾਜ ਨੇ ਚੰਗੇ ਚੰਗੇ ਤੀਰ ਕਮਾਨ ਦਿੱਤੇ ਹਨ। ਜੋਦਾ ਐਂਜਤ ਕਰ ਜੋਰਾ। ਕਹਿੰਦੇ ਸੂਰਮੇ ਲੈ ਲਾ ਕੇ ਕੰਨਾਂ ਤਾਈਂ ਖਿੱਚ ਖਿੱਚ ਕੇ ਚਲਾਉਂਦੇ ਹਨ। ਲਾਂਬੀ ਸੁਰਕ ਤੁਫੰਗ ਅਨੇਕ। ਫਿਰ ਸਾਧ ਸੰਗਤ ਜੀ ਜਿਹੜੀਆਂ ਲੰਮੀਆਂ ਲੰਮ ਛੜਾ ਹੁੰਦੀਆਂ ਨੇ, 7-7 ਫੁੱਟੀਆਂ ਬੰਦੂਕਾਂ, ਪਠਾਣੀ ਬੰਦੂਕਾਂ, ਉਹਦੀ ਨਾਲ ਜਿਹੜੀ ਆ ਬੰਦੇ ਦੇ ਸਿਰ ਨਾਲ ਉੱਚੀ ਹੋ ਜਾਂਦੀ ਹੈ, ਇੰਨੀ ਲੰਮੀ ਉਹ ਬੰਦੂਕ ਹੁੰਦੀ ਹੈ। 7 ਫੁੱਟ 7.5 ਫੁੱਟ ਤੱਕ ਲੰਬਾਈ ਹੁੰਦੀ ਹੈ, ਤੇ ਉਹਦੇ ਵਿੱਚ ਛਟਾਂਕੀ ਦੀ ਗੋਲੀ ਪੈਂਦੀ ਹੈ। ਜੇ ਉਹ ਘੋੜੇ ਨੂੰ ਵੱਜੇ ਤੇ ਘੋੜੇ ਨੂੰ ਉਡਾ ਦਿੰਦੀ ਆ, ਜੇ ਬੰਦੇ ਨੂੰ ਲੱਗੇ ਤੇ ਉਹਦਾ ਲੱਭਦਾ ਹੀ ਕੁਛ ਨਹੀਂ।
ਇਹੋ ਜਿਹੀਆਂ ਲੰਮੀਆਂ ਬੰਦੂਕਾਂ ਜਿਹੜੀਆਂ ਵੱਡੀਆਂ ਨਾਲਾਂ ਸਨ, ਉਹ ਸਤਿਗੁਰੂ ਜੀ ਨੇ ਯੋਧਿਆਂ ਨੂੰ ਲਮਛੜਾਂ ਦਿੱਤੀਆਂ ਹਨ। ਬਖਸ਼ੀ ਜੋਦਨ ਜਲਦ ਵਿਵੇਕ, ਗਿਆਨ ਦੇ ਸਮੁੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੌਂਟੇ ਦੇ ਕਿਲੇ ਵਿੱਚੋਂ ਅਸਲਾ ਕੱਢ ਕੱਢ ਕੇ ਸੂਰਮਿਆਂ ਨੂੰ ਵੰਡ ਰਹੇ ਹਨ। ਗੁਰਦਲ ਮੈਂ ਉਤਸਾਹ ਵਿਸਾਲਾ, ਗੁਰੂ ਸਾਹਿਬ ਦੇ ਦਲ ਵਿੱਚ ਬੜਾ ਉਤਸ਼ਾਹ ਹੈ, ਬੜਾ ਮਨ ਦੇ ਵਿੱਚ ਚਾਹ ਹੈ ਵੀ ਅੱਜ ਯੁੱਧ ਕਰਾਂਗੇ। ਵਿਚਰਤ ਤਾਰੇ ਹਥਿਆਰਨ ਜਾਲਾ, ਕਹਿੰਦੇ ਸ਼ਸਤਰ ਲੈ ਕੇ ਸੂਰਮੇ ਬੜੇ ਸ਼ੌਂਕ ਨਾਲ ਫਿਰਦੇ ਆ, ਆਪਣੀਆਂ ਤਲਵਾਰਾਂ ਦੀ ਧਾਰ ਵੇਖਦੇ ਆ, ਆਪਣੀਆਂ ਢਾਲਾਂ ਪਰਖਦੇ ਆ, ਆਪਣੇ ਬਰਛੇ ਨੇਜੇ ਬੰਦੂਕਾਂ ਖੰਡੇ ਮਹਾਰਾਜ ਦੇ ਸਿੰਘ ਸਾਫ਼ ਕਰ ਕਰਕੇ ਲਿਸ਼ਕਾ ਕੇ ਰੱਖਦੇ ਆ। ਮਾਰ ਬਕਾਰਾ ਬੋਲਤ ਭਾਰੀ, ਅੱਜ ਕਾਰੇ ਜਾਂਦੇ ਆ, ਮਾਰ ਬਕਾਰਾ ਕਰਾਂਗੇ, ਦਿੱਲੀ ਲੁੱਟਾਂਗੇ, ਲਾਹੌਰ ਪੁੱਟਾਂਗੇ, ਇਉਂ ਕਹਿੰਦੇ ਹਨ। ਬਚਾਵੋ ਹਤੋ ਪਹਾਰੀ, ਕਹਿੰਦੇ ਆ ਪਹਾੜੀਆਂ ਨੂੰ ਤੇ ਫੂਕ ਮਾਰ ਕੇ ਉਡਾ ਦੇਾਂਗੇ, ਖਾਲਸੇ ਦੇ ਕਿੱਥੇ ਸਾਹਮਣੇ ਅੜਨਗੇ। ਚੀਨੋ ਦੇਸ਼ ਨਿਕਾਰੋ ਬਾਹਰ, ਆ ਸੂਰਮੇ ਪੌਂਟਾ ਸਾਹਿਬ ਕੋਈ ਜਮਨਾ ਦੇ ਕੰਢੇ ਇੱਧਰ ਫਿਰਦਾ, ਕੋਈ ਇੱਧਰ ਫਿਰਦਾ, ਤੇ ਅਕਾਲ ਹੀ ਅਕਾਲ ਗਜਾਂਦੇ ਨੇ। ਕਹਿੰਦੇ ਆ ਪਹਾੜੀਆਂ ਨੂੰ ਭਜਾ ਦਿਓ, ਕਹਿੰਦੇ ਦੇਸ਼ ਖੋਲੋ ਇਹਨਾਂ ਕੋਲੋਂ, ਇਹ ਐਵੇਂ ਇੱਥੇ ਰਾਜ ਕਰਦੇ ਨੇ। ਰਾਜ ਤਾਂ ਸੰਤਾਂ ਦਾ ਮਹਾਰਾਜ ਨੇ ਬਾਣੀ 'ਚ ਲਿਖਿਆ, ਕਬੀਰ ਧਰਤੀ ਸਾਧ ਕੀ, ਕਹਿੰਦੇ ਧਰਤੀ ਹੈ ਦੇ ਸਾਧੂਆਂ ਦੀ, ਪਰ ਕਹਿੰਦੇ ਕਬਜ਼ਾ ਚੋਰਾਂ ਨੇ ਕੀਤਾ ਹੋਇਆ। ਆਖੋ ਸਤਨਾਮ ਸ੍ਰੀ ਕਬੀਰ ਧਰਤੀ ਸਾਧ ਕੀ, ਤਸਕਰ ਬੈਸੈ ਗਾਹੇ, ਧਰਤੀ ਭਾਰ ਨਾ ਵਿਆਪੇ, ਉਨ ਕੋ ਲਾਹੂ ਲਾਹੇ। ਇਹਨਾਂ ਚੋਰਾਂ ਨੂੰ ਭਜਾ ਦਿਓ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਸੱਚਾ ਰਾਜ ਕਾਇਮ ਕਰ ਦਿਓ। ਵਿਦਤੈ ਬਹੁ ਸਤਿਗੁਰ ਜਸ ਜਾਹਰ, ਕਹਿੰਦੇ ਸਾਰੀ ਦੁਨੀਆ 'ਚ ਗੁਰੂ ਨਾਨਕ ਦਾ ਝੰਡਾ ਚਲਾ ਦਿਓ। ਇਉਂ ਗੁਰੂ ਕੇ ਸਿੱਖ ਜ਼ੋਰ ਨਾਲ ਜਕਾਰੇ ਗਜਾਉਂਦੇ ਹਨ, ਇਸ ਤਰ੍ਹਾਂ ਦੇ ਬਚਨ ਛੱਡਦੇ ਹਨ। ਇਸ ਪ੍ਰਕਾਰ ਤਿਆਰੀ ਪ੍ਰਭ ਕਰੀ, ਇਸ ਤਰ੍ਹਾਂ ਸ੍ਰੀ ਪੌਂਟਾ ਸਾਹਿਬ ਵਿੱਚ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਜੰਗ ਦੀਆਂ ਤਿਆਰੀਆਂ ਕਰ ਲਈਆਂ ਨੇ। ਪ੍ਰਥਮ ਜੁਧ ਹਿਤ ਮਨਸਾ ਧਰੀ, ਇਹ ਕਲਗੀਧਰ ਦੀ ਲਾਈਫ ਦਾ, ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਜੰਗ ਹੈ। 21 ਸਾਲਾਂ ਦੀ ਉਮਰ ਵਿੱਚ ਮਹਾਰਾਜ ਭੰਗਾਣੀ ਦਾ ਜੰਗ ਲੜਨ ਜਾ ਰਹੇ ਨੇ। ਸ਼ਮਸ ਸਿਆਮਤਾ ਮੁਖ ਪਰਸੋ ਹੈ, ਹੁਣ ਸਾਧ ਸੰਗਤ ਦੀ ਮਾੜੀ ਮਾੜੀ ਮੁੱਛ ਫੁੱਟਦੀ ਹੈ, ਕਾਲਖ ਜਿਵੇਂ ਹੁੰਦੀ ਨਾ ਕਲਤਣ ਦੀ ਆ ਜਾਂਦੀ ਹੈ ਚਿਹਰੇ ਦੇ ਉੱਤੇ। ਮਹਾਰਾਜ ਸੱਚੇ ਪਾਤਸ਼ਾਹ ਦਾ ਚੰਨ ਵਰਗਾ ਗੋਰਾ ਮੁਖੜਾ ਸੁੰਦਰ ਹੈ, ਤੇ ਉਹਦੇ ਉੱਤੇ ਕਵੀ ਜੀ ਕਹਿੰਦੇ ਆ ਨਿੱਕੀ ਨਿੱਕੀ ਲੂਈ ਫੁੱਟੀ ਹੈ। ਕਮਲ ਪ੍ਰਫੁੱਲਿਤ ਆਲ ਜਨ ਜੋ ਹੈ, ਕਵੀ ਜੀ ਕਹਿੰਦੇ ਇੰਜ ਲੱਗਦਾ ਜਿਵੇਂ ਚਿੱਟੇ ਕਮਲ ਦੇ ਉੱਤੇ ਕਾਲੇ ਭੌਰੇ ਫਿਰਦੇ ਹੋਣ। ਆਖੋ ਸਤਨਾਮ। ਚਿੱਟਾ ਕਮਲ ਵਰਗਾ ਦਾ ਸਤਿਗੁਰਾਂ ਦਾ ਮੁਖਾਰ ਪੈਂਦਾ, ਤੇ ਜਿਹੜੇ ਕੇਸ ਨਿੱਕੇ ਨਿੱਕੇ ਕਾਲੇ ਕਾਲੇ ਦਾੜੇ ਤੇ ਆਏ ਨੇ, ਉਹ ਇੰਜ ਲੱਗਦਾ ਜਿਵੇਂ ਕਾਲੇ ਰੰਗ ਦੇ ਭੌਰੇ ਮਹਾਰਾਜ ਦੇ ਮੁਖ ਤੇ ਮੰਡਰਾ ਰਹੇ ਹਨ। ਸਮਦ ਦੰਬ ਕੇ ਸ਼ਬਦ ਗੰਭੀਰ, ਤੇ ਜਦੋਂ ਪਾਤਸ਼ਾਹ ਬੋਲਦੇ ਨੇ, ਉਹਨਾਂ ਦੀ ਆਵਾਜ਼ ਏਦਾਂ ਦੀ ਆਉਂਦੀ ਹੈ ਜਿਵੇਂ ਨਗਾਰਾ ਵੱਜਣ ਦੇ ਚੋਂ ਗਰਜਾਂ ਗੂੰਜ ਆਉਂਦੀ ਹੈ ਨਾ, ਗੂੰਜ ਏਦਾਂ ਦੀ ਆਵਾਜ਼ ਹੈ ਸਤਿਗੁਰਾਂ ਦੀ। ਮਹਾਰਾਜ ਪ੍ਰਭ ਵੀਰਨ ਵੀਰ, ਮਹਾਰਾਜਿਆਂ ਦੇ ਰਾਜੇ ਹਨ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਮਹਾਬੀਰ ਮਹਾਸੂਰਬੀਰ ਤੇਜਸਵੀ ਹਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਨਿਜ ਦਲ ਮੈਂ ਉਤਸਾਹ ਵਧਾਵਾ, ਆਪ ਆਪਣੀਆਂ ਫੌਜਾਂ ਦਾ ਹੌਸਲਾ ਵਧਾਉਂਦੇ ਫਿਰਦੇ, ਸੂਰਮਿਆਂ ਨੂੰ ਥਾਪੀਆਂ ਦਿੰਦੇ ਹਨ, ਸੂਰਮਿਆਂ ਦੇ ਕਿਰਪਾ ਦ੍ਰਿਸ਼ਟੀ ਕਰਦੇ ਹਨ। ਮਨੋ ਵੀਰ ਰਸ ਸੁਪਤ ਜਗਾਵਾ, ਮਹਾਰਾਜ ਨੇ ਆਪਣੇ ਸੂਰਮਿਆਂ ਦਾ ਸੁੱਤਾ ਹੋਇਆ ਵੀਰ ਰਸ ਜਗਾ ਦਿੱਤਾ ਹੈ, ਬਲਕਿ ਹਿੰਦੁਸਤਾਨ ਦਾ ਸੁੱਤਾ ਹੋਇਆ ਵੀਰ ਰਸ ਜਗਾ ਦਿੱਤਾ। ਆਖੋ ਸਤਨਾਮ। ਉਹ ਜਿਹੜੀਆਂ ਸਦੀਆਂ ਤੋਂ ਕਦੇ ਇੱਥੇ ਮੁਹੰਮਦ ਗੋਰੀ ਆਇਆ, ਮਹਿਮੂਦ ਗਜਨਵੀ ਆਇਆ, ਉਹ ਕਿਹੜੀ 11ਵੀਂ 12ਵੀਂ ਸਦੀ ਸੀ, ਤੇ ਕਿੱਥੇ ਆ ਗਈ 17ਵੀਂ ਸਦੀ। 600 ਸਾਲ ਜਿੱਥੇ ਮੁਗਲਾਂ ਨੇ ਰਾਜ ਕੀਤਾ, ਪਠਾਣਾ ਨੇ ਰਾਜ ਕੀਤਾ, ਗੁਲਾਮ ਵੰਸ਼ ਦੇ ਮੁਸਲਮਾਨਾਂ ਨੇ ਰਾਜ ਕੀਤਾ। ਉਹ ਧਰਤੀ ਜਿਹੜੀ ਗੁਲਾਮੀ ਦੀਆਂ ਜੰਜੀਰਾਂ 'ਚ ਜਕੜੀ ਪਈ ਸੀ, ਜਿੱਥੇ ਕੋਈ ਵੀਰ ਰਸ ਵਿੱਚ ਅੰਗੜਾਈ ਲੈ ਹੀ ਨਹੀਂ ਸੀ ਸਕਦਾ, ਉਹਨਾਂ ਨੂੰ ਸੱਚੇ ਪਾਤਸ਼ਾਹ ਨੇ, ਉਹਨਾਂ ਨੂੰ ਜਿਹੜੇ ਬਿਲਕੁਲ ਦਬ ਚੁੱਕੇ ਲੋਕ ਸਨ, ਉਹਨਾਂ ਨੂੰ ਇਹੋ ਜਿਹਾ ਵੀਰ ਰਸ ਦੀ ਭਾਅ ਚਾੜੀ ਹੈ। ਉਹ ਕਹਿੰਦੇ ਹੁਣ ਤੇ ਅਸੀਂ ਲਾਹੌਰ ਵੀ ਲੁੱਟਾਂਗੇ ਤੇ ਦਿੱਲੀ ਵੀ ਪੁੱਟਾਂਗੇ। ਇਤਿਮ ਪਈ ਸੁਨੋ ਉਤ ਕੇਰੀ, ਇਧਰ ਸਾਧ ਸੰਗਤ ਜੀ ਪੌਂਟਾ ਸਾਹਿਬ ਵਿੱਚ ਬੜੀਆਂ ਖੁਸ਼ੀਆਂ, ਬੜਾ ਉਤਸ਼ਾਹ, ਬੜਾ ਜੋਸ਼ ਠਾਠਾ ਮਾਰ ਰਿਹਾ ਹੈ। ਉਧਰ ਹੁਣ ਰਾਜਿਆਂ ਦੀ ਕਹਾਣੀ ਸੁਣੋ, ਵੀ ਜਿਹੜੇ ਸ੍ਰੀਨਗਰ ਦੇ ਵਿੱਚ ਬੈਠੇ ਰਾਜਾ ਫਤਿਹ ਸ਼ਾਹ, ਰਾਜਾ ਭੀਮ ਚੰਦ, ਰਾਜਾ ਗੋਪਾਲ ਚੰਦ ਗੁਲੇਰੀਆ, ਹਰੀ ਚੰਦ ਹੰਡੂਰੀਆ,
ਤੇ ਕਿਰਪਾਲ ਚੰਦ ਕਟੋਚੀਆ ਤੇ ਕੇਸਰੀ ਚੰਦ ਜਸਵਾਲੀਆ ਤੇ 22 ਧਾਰ ਦੇ ਰਾਜੇ ਕੀ ਕਰ ਰਹੇ ਨੇ ਉਹ ਵੀ ਸੁਣੋ। ਘਾਟੋ ਉਲੰਘ ਗਏ ਜਿਸ ਬੇਰੀ। ਇਹਨਾਂ ਨੇ ਆਪਣੇ ਵੱਲੋਂ ਦਾ ਬੜਾ ਜਾਲ ਵਿਛਾਇਆ ਸੀ ਵੀ ਘਾਟੇ ਤੇ ਰੋਕ ਲਾ ਦਿਆਂਗੇ, ਸਿੱਖਾਂ ਕੋਲੋਂ ਘੋੜੇ ਖੋਹ ਕੇ ਸ਼ਸਤਰ ਖੋਹ ਕੇ ਖਾਲੀ ਹੱਥ ਕਰਕੇ ਤੋਰਾਂਗੇ, ਪਰ ਉਹਨਾਂ ਦੀ ਮਨ ਕੀ ਮਨ ਹੀ ਮਾਏ ਰਹੀ। ਨਾ ਉਹ ਇੱਕ ਘੋੜਾ ਖੋ ਸਕੇ, ਨਾ ਕਿਸੇ ਸਿੱਖ ਕੋਲੋਂ ਕੋਈ ਸ਼ਸਤਰ ਖੋ ਸਕੇ, ਬਲਕਿ ਆਪਣੇ ਬੰਦੇ ਮਰਵਾ ਬੈਠੇ। ਮੂਰਖ ਹੱਥਨ ਮਰਦਤ ਰਹੇ। ਹੱਥ ਮਲਦੇ ਰਹਿ ਗਏ ਮੂਰਖ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਆਪਣੇ ਸਿੱਖਾਂ ਨੂੰ ਇਉਂ ਲੈ ਆਏ ਉੱਥੋਂ ਕੱਢ ਕੇ ਜਿਵੇਂ ਮੱਖਣ ਚੋਂ ਵਾਲ ਕੱਢੀਦਾ। ਰੁਕੇ ਨਾ ਕਿਉ ਹੋ ਮਿਲ ਮਿਲ ਕਹੇ। ਕਹਿੰਦੇ ਜ਼ੋਰ ਬੜਾ ਲਾਇਆ ਪਰ ਸਿੱਖਾਂ ਨੂੰ ਰੋਕ ਨਹੀਂ ਸਕੇ। ਮ੍ਰਿਤਕ ਪੇ ਲੋਥ ਉਠਾਈ। ਤੇ ਕਈ ਬੰਦੇ ਉਹਨਾਂ ਦੇ ਲੜਾਈ 'ਚ ਸਿੱਖਾਂ ਦੇ ਹੱਥੋਂ ਮਾਰੇ ਵੀ ਗਏ, ਉਹਨਾਂ ਦੀਆਂ ਲਾਸ਼ਾਂ ਚੁੱਕ ਕੇ ਲਿਜਾਣੀਆਂ ਪਈਆਂ। ਕਾਇਲ ਗਮ ਨੇ ਨਿਜ ਥਾਈ। ਤੇ ਕਈ ਪਹਾੜੀ ਸਿਪਾਹੀ ਜ਼ਖਮੀ ਹੋ ਕੇ ਪਿਛਾ ਮੁੜੇ। ਹਟਿਓ ਜਹਾ ਕਹਤੇ ਦਲ ਸਾਰੋ। ਇਹਨਾਂ ਦਾ ਦਲ ਜਿਹੜਾ ਸੀ ਨਾ ਉਹ ਫਿਰ ਪਿਛਾ ਮੁੜ ਗਿਆ। ਸਭ ਰਾਜਨ ਕੇ ਨਿਕਟ ਉਚਾਰੋ। ਜਾ ਕੇ ਰਾਜਿਆਂ ਨੂੰ ਦੱਸਿਆ ਕਿ ਰਾਜਾ ਜੀ ਸਿੱਖ ਸਾਡੇ ਕੋਲ ਰੁਕੇ ਕੋਈ ਨਹੀਂ, ਉਹਦਾ ਸਾਨੂੰ ਚੀਰ ਕੇ ਲੰਘ ਗਏ ਹਨ। ਅਲਪ ਸੁਪਟ ਕਾਟੇ ਪਰ ਗਏ। ਥੋੜੇ ਜਿਹੇ ਯੋਧੇ ਸਨ ਜਿਹੜੇ ਗੁਰੂ ਦੇ, ਉਹ ਸਾਨੂੰ ਮਾਰ ਕੇ ਲੰਘ ਗਏ ਹਨ। ਬਹੁਤ ਪੰਥ ਮੈਂ ਹੀ ਥਿਰ ਪਏ। ਕਿਉਂਕਿ ਸਾਡੀ ਥੋੜੀ ਫੌਜ ਹੀ ਘਾਟੇ ਤੇ ਪਹੁੰਚ ਸਕੀ ਸੀ, ਸਿੱਖਾਂ ਨੇ ਬਹੁਤੀ ਫੌਜ ਸਾਡੀ ਅੱਗੇ ਲੰਘਣ ਨਹੀਂ ਸੀ ਦਿੱਤੀ। ਛੇਤੀ ਛੇਤੀ ਸਿੱਖ ਥੋੜਿਆਂ ਨੂੰ ਮਾਰ ਕੇ ਲੰਘ ਗਏ ਨੇ। ਘਾਲਿਓ ਜੋਰੇ ਖਸ਼ਟ ਸੋ ਆਏ। ਕਹਿੰਦੇ ਜੋਰ ਜਿਹੜੇ 100 ਘੋੜੇ ਸਨ ਉਹ ਲੰਘ ਗਏ ਗਨ ਤੁਪਕ ਚਲਾਏ। ਉਸ 600 ਦੇ 600 ਘੋੜੇ ਲੰਘ ਗਏ ਨੇ, ਅਸੀਂ ਕੋਈ ਘੋੜਾ ਖੋਹ ਨਹੀਂ ਸਕੇ ਸਿੱਖਾਂ ਕੋਲੋਂ। ਸਰਿਓ ਨਾ ਸੈਨਾ ਤੇ ਕੁਛ ਕਾਰ। ਰਾਜਿਆਂ ਨੂੰ ਜਾ ਕੇ ਦੱਸਦੇ ਨੇ ਸਿਪਾਹੀ ਜੀ ਸਾਡੇ ਕੋਲੋਂ ਕੋਈ ਕੰਮ ਸਰਿਆ ਨਹੀਂ, ਸਾਡੀ ਫੌਜ ਕੋਲੋਂ। ਗਏ ਵਿਸਾਲ ਵੀਰਤਾ ਧਾਰ। ਸਿੱਖ ਬੜੇ ਹੌਸਲੇ ਵਾਲੇ ਸੀ, ਬੜੇ ਹੌਸਲੇ ਨਾਲ ਸਾਡੇ ਵਿੱਚੋਂ ਨਿਕਲ ਗਏ ਨੇ। ਭੀਮ ਚੰਦ ਸੁਣ ਕੇ ਰਿਸ ਘਣੀ। ਇਹ ਸੁਣ ਕੇ ਰਾਜੇ ਭੀਮ ਚੰਦ ਨੂੰ ਹੋਰ ਅੱਗ ਲੱਗ ਗਈ, ਗੁੱਸਾ ਚੜ ਗਿਆ। ਸਭਨ ਸੁਨਾਵਤ ਉੱਚੇ ਪਣੀ। ਉੱਚੀ ਆਵਾਜ਼ ਵਿੱਚ ਕਹਿ ਕੇ ਬੋਲਿਆ, ਜੱਦੀ ਦੇ ਮਾਂ ਖੁਚ ਵੜ ਰਹੇ। ਇਹ ਗਾਲ ਹੈ ਸਾਧ ਸੰਗਤ ਜੀ ਪਹਾੜੀਆਂ ਦੀ। ਕਹਿੰਦੇ ਤੁਸੀਂ ਤੇ ਮਾਂ ਦੀਆਂ ਖੁੱਚਾਂ ਜੀ ਬੜੇ ਰਹਿ ਗਏ ਓਏ, ਹੈ ਤੁਸੀਂ ਕੁਛ ਨਹੀਂ ਕਰਨ ਜੋਗੇ। ਅਰੇ ਨਾ ਅੱਗੇ ਤੀਰ ਨਾ ਗਏ। ਹਾਂ ਕਹਿੰਦੇ ਤੁਸੀਂ ਹੌਸਲਾ ਕਰਕੇ ਅੱਗੇ ਸਿੱਖਾਂ ਨੂੰ ਰੋਕਿਆ ਕਿਉਂ ਨਹੀਂ। ਰੁਕਤ ਜੇ ਕਾਟਾ ਪੱਟ ਹੋਏ ਗਾਡੇ। ਬੜੀਆਂ ਗਾਲਾਂ ਕੱਢਦਾ ਭੀਮ ਚੰਦ, ਸੜਿਆ ਬੜਿਆ ਗੁੱਸੇ ਵਿੱਚ ਦਿਲ ਮਿਲਾ ਰਿਹਾ। ਕਹਿੰਦਾ ਓਏ ਤੁਹਾਡੇ ਕੋਲ 500 ਸਿੱਖ ਨਹੀਂ ਰੋਕਿਆ ਗਿਆ ਤੇ ਤੁਸੀਂ ਉੱਥੇ ਜਾ ਕੇ ਕੀ ਕਰੋਗੇ। ਹੱਥ ਤਪੰਗ ਦਿਨ ਰਾਖਤ ਠਾਂਡੇ। ਕਿੰਨਾ ਚੰਗਾ ਹੁੰਦਾ ਜੇ ਗੋਲੀਆਂ ਸਿੱਧੀਆਂ ਮਾਰਦੇ ਸਿੱਖਾਂ ਨੂੰ ਮਾਰ ਹੀ ਦਿੰਦੇ। ਇਤ ਤੇ ਦਾਲੇ ਸਗਰੋ ਕਰ ਜੋਰ। ਜੇ ਤੁਸੀਂ ਅੱਗੋਂ ਰੋਕ ਲੈਂਦੇ ਨਾ ਥੋੜੇ ਜੇ ਸਿੱਖਾਂ ਨੂੰ ਤੇ ਪਿੱਛੋਂ ਅਸੀਂ ਹੱਲਾ ਕਰਕੇ ਮਾਰ ਦੇਣੇ ਸੀ। ਘੇਰਤ ਇਤ ਉਤ ਹੋਏ ਚਹੂ ਔਰ। ਚਾਰੇ ਪਾਸਿਓਂ ਘੇਰ ਲੈਣਾ ਸੀ। ਐਡਾ ਪਹਾੜ ਦਾ ਇਲਾਕਾ, ਸਾਡਾ ਇਲਾਕਾ, ਇੱਥੋਂ ਦੇ ਕੋਈ ਪੰਛੀ ਨਹੀਂ ਉੱਡ ਕੇ ਜਾਣ ਦਿੰਦੇ ਅਸੀਂ, ਤੇ ਸਿੱਖ ਕਿਵੇਂ ਚਲੇ ਗਏ। ਜੇਕਰ ਤਰਾਸ ਲੇਤ ਹਥਿਆਰੇ। ਕਹਿੰਦੇ ਆਪਾਂ ਸਿੱਖਾਂ ਦੇ ਹਥਿਆਰ ਖੋਣੇ ਸੀ, ਸਿੱਖਾਂ ਦੇ ਘੋੜੇ ਖੋਣੇ ਸੀ, ਉਹਨਾਂ ਦਾ ਹੌਸਲਾ ਪਸਤ ਹੋ ਜਾਣਾ ਸੀ। ਨਰ ਨਿਕਸਨ ਮਗ ਜਬ ਹੋ ਨਿਹਾਰੇ। ਜਦੋਂ ਤੁਸੀਂ ਵੇਖਿਆ ਵੀ ਤੁਹਾਡੇ ਕੋਲੋਂ ਨਿਕਲਦੇ ਜਾਂਦੇ ਨੇ, ਨਹੀਂ ਸ਼ੀਗਰਤਾ ਕਰ ਪਟ ਧਾਏ। ਤੁਸੀਂ ਉਸ ਵੇਲੇ ਫੁਰਤੀ ਨਹੀਂ ਵਿਖਾਈ, ਤੁਸੀਂ ਆਲਸੀ ਬਣ ਗਏ, ਤੁਸੀਂ ਰਾਹ ਛੱਡ ਦਿੱਤਾ, ਤੁਸੀਂ ਸਿੱਖਾਂ ਨੂੰ ਆਪ ਜਾਣ ਦਿੱਤਾ ਹੈ। ਜਿਸ ਤੇ ਨਿਕਸੇ ਸੁਖ ਮਨ ਪਾਏ। ਜਿਸ ਤੋਂ ਸਿੱਖ ਬੜੇ ਆਰਾਮ ਨਾਲ ਨਿਕਲ ਗਏ ਨੇ, ਸੁੱਖ ਨਾਲ ਨਿਕਲ ਗਏ ਨੇ ਤੁਹਾਡੇ ਘੇਰੇ ਵਿੱਚੋਂ। ਬਹੁਤ ਕਹਾ ਅਬ ਕਹੇ ਕਹਾਏ। ਚਲੋ ਛੱਡੋ, ਹੁਣ ਜਿਹੜੀ ਗੱਲ ਹੋ ਗਈ ਸੋ ਹੋ ਗਈ, ਹੁਣ ਕੀ ਹੋ ਸਕਦਾ ਹੈ। ਬੀਤੀ ਬਾਤ ਕਹਾ ਪਛਤਾਏ। ਜਿਹੜਾ ਕੰਮ ਲੰਘ ਗਿਆ, ਟਾਈਮ ਲੰਘ ਗਿਆ, ਬੀਤੀ ਦਾ ਕੀ ਪਛਤਾਣਾ ਹੋਇਆ। ਅਬ ਤੋਂ ਫਤਿਹ ਸ਼ਾਹ ਮਹਿਪਾਲਾ। ਹੁਣ ਤੇ ਰਾਜਾ ਫਤਿਹ ਸ਼ਾਹ ਨੂੰ ਅੱਗੇ ਕਰੀਏ। 398 ਜੰਗ ਕਰਾਲਾ। ਰਾਜਾ ਫਤਿਹ ਸ਼ਾਹ ਜੀ ਨੂੰ ਕਹੀਏ ਵੀ ਤੁਸੀਂ ਅੱਗੇ ਲੱਗੋ ਤੇ ਅਸੀਂ ਸਾਰੇ ਤੁਹਾਡੇ ਨਾਲ ਆ, ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਦੋ ਦੋ ਹੱਥ ਕਰੀਏ। ਜਾਨੀ ਜਾਏ ਕਹਾ ਹੋਏ ਜੈ ਹੈ। ਆ ਵੇਖਾਂਗੇ ਕੀ ਹੁੰਦਾ ਹੈ। ਗੁਰ ਤੇ ਜੈ ਕੇ ਪਿਆਰ ਜੈ ਪੈ ਹੈ। ਗੁਰੂ ਤੋਂ ਜਿੱਤ ਮਿਲੇਗੀ ਕਿ ਪਰਾਜੈ ਮਿਲੇਗੀ, ਇਹ ਤਾਂ ਹੁਣ ਸਮਾਂ ਹੀ ਦੱਸੇਗਾ ਵੀ ਸਾਡੀ ਜਿੱਤ ਹੁੰਦੀ ਹੈ ਜਾਂ ਹਾਰ ਹੁੰਦੀ ਹੈ। ਹੋ ਜਾਏ ਅਬ ਕੀ ਜਹ ਤਿਆਰੀ। ਜਾਓ ਰਾਜੇ ਫਤਿਹ ਸ਼ਾਹ ਨੂੰ ਆਖੋ ਤਿਆਰੀ ਕਰੇ, ਹੁਣ ਆਲਸ ਕਰਨ ਦਾ ਟਾਈਮ ਨਹੀਂ। ਉਹਦੀ ਲੜਕੀ ਦਾ ਵਿਆਹ ਹੋ ਗਿਆ ਹੈ,
ਮੈਂ ਆਪਣੇ ਲੜਕਾ ਉਹਦੇ ਨਾਲ ਵਿਆਹਿਆ, ਉਹਦੀ ਭੀਮ ਚੰਦ ਦਾ ਲੜਕਾ ਸੀ ਤੇ ਫਤਿਹ ਸ਼ਾਹ ਦੀ ਲੜਕੀ ਸੀ, ਇਹਨਾਂ ਦਾ ਵਿਆਹ ਹੋਇਆ ਸੀ। ਤਾਂ ਕਹਿੰਦਾ ਵਿਆਹ ਦਾ ਹੁਣ ਨਿਬੜ ਗਿਆ, ਹੁਣ ਸਾਰੇ ਆਪਾਂ ਤਿਆਰ ਹੋ ਕੇ ਚੱਲੀਏ, ਜੰਗ ਕਰੀਏ ਗੁਰੂ ਨਾਲ। ਨਹੀਂ ਨੀਕਤਾ ਬਿਲਮ ਜੇ ਧਾਰੀ, ਜੇ ਆਪਾਂ ਦੇਰੀ ਕਰਾਂਗੇ ਤੇ ਆਪਣੇ ਲਈ ਠੀਕ ਨਹੀਂ ਹੋਵੇਗਾ। ਕਹਿੰਦੇ ਦੁਸ਼ਮਣ ਨੂੰ ਛੇਤੀ ਤੋਂ ਛੇਤੀ ਮਾਰ ਦੇਣਾ ਚਾਹੀਦਾ ਹੈ। ਤੁਮਰੀ ਸੀਮ ਦੇਸ਼ ਕੀ ਤਹਾ, ਕਹਿਣ ਲੱਗੇ ਤੁਹਾਡੇ ਦੇਸ਼ ਦੀ ਜਿੱਥੇ ਹੱਦ ਹੈ ਰਾਜਾ ਫਤਿਹ ਸ਼ਾਹ ਜੀ, ਉੱਥੇ ਗੁਰੂ ਬੈਠਾ ਹੋਇਆ, ਇਸ ਕਰਕੇ ਤੁਹਾਡਾ ਹੱਕ ਬਣਦਾ ਅੱਗੇ ਹੋ ਕੇ ਲੜੋ। ਨਗਰ ਪਾਮਟਾ ਕਾਲਿਓ ਜਹਾ, ਜਿੱਥੇ ਗੁਰੂ ਨੇ ਪੌਂਟਾ ਸ਼ਹਿਰ ਵਸਾਇਆ ਹੈ ਜਮਨਾ ਦੇ ਕੰਢੇ, ਉੱਥੇ ਰਾਜਾ ਫਤਿਹ ਸ਼ਾਹ ਜੀ ਤੁਹਾਡੇ ਰਾਜ ਦੀ ਹੱਦ ਮੁੱਕਦੀ ਹੈ। ਦਰਬੋ ਹੱਕ ਤੁਮਹੇ ਬਨ ਆਵੇ, ਇਸ ਕਰਕੇ ਗੁਰੂ ਨਾਲ ਲੜਨ ਦਾ ਹੱਕ ਤੁਹਾਡਾ ਬਣਦਾ ਕਾਨੂੰਨੀ ਤੌਰ ਤੇ। ਬਾਕੀ ਅਸੀਂ ਤੁਹਾਡੇ ਨਾਲ ਆ, ਪਰ ਕਿਉਂਕਿ ਰਾਜ ਤੁਹਾਡੇ ਦੇ ਨੇੜੇ ਗੁਰੂ ਬੈਠਾ ਹੈ, ਹੱਦ ਦੇ ਉੱਤੇ ਗੁਰੂ ਬੈਠਾ ਹੈ, ਇਸ ਕਰਕੇ ਫਤਿਹ ਸ਼ਾਹ ਜੀ ਅੱਗੇ ਹੋ ਕੇ ਤੁਹਾਨੂੰ ਲੜਨਾ ਪੈਣਾ, ਬਾਕੀ ਅਸੀਂ ਨਾਲ ਚੱਲਾਂਗੇ। ਆਨ ਵਹਿਰ ਜੋ ਭੂਮ ਦਬਾਵੇ, ਆ ਕੇ ਜੇ ਗੁਰੂ ਗੋਬਿੰਦ ਸਿੰਘ ਸਾਡੇ ਹੱਦ ਬੰਨੀ ਦੇ ਉੱਤੇ ਆ ਕੇ ਕਬਜ਼ਾ ਕਰੀ ਬੈਠਾ, ਤਾਂ ਹੱਦ ਨੂੰ ਬੈਠੇ ਹੋਏ ਦੁਸ਼ਮਣ ਨੂੰ ਉਠਾਣਾ ਰਾਜਾ ਫਤਿਹ ਸ਼ਾਹ ਦੀ ਜ਼ਿੰਮੇਵਾਰੀ ਹੈ। ਵਿਆਹ ਬਹਾਨੇ ਨਿਰਪਗਨ ਆਏ, ਤੇ ਨਾਲ ਹੁਣ ਵਿਆਹ ਦੇ ਬਹਾਨੇ 22 ਧਾਰ ਦੇ ਸਾਰੇ ਰਾਜੇ ਵੀ ਇਕੱਠੇ ਹੋਏ ਪਏ ਆ। ਸਾਰਾ ਭਾਈਚਾਰਾ ਸਾਡਾ ਪਹਾੜੀਆਂ ਦਾ ਇੱਥੇ ਹੈ। ਸਭ ਤੇ ਲੇਹੋ ਸੁਭਟ ਸਮੁਦਾਏ, ਆ ਸਾਰੇ ਰਾਜਿਆਂ ਨੂੰ ਕਹੋ ਵੀ ਆਪਣੀ ਆਪਣੀ ਫੌਜ ਲੈ ਕੇ ਆਉਣ, ਸਾਰੀ ਫੌਜ ਲਵੋ। ਸਾਰੀ ਫੌਜ ਵੀ ਆਈ ਹੋਈ ਸੀ। ਰਾਜਾ ਭੀਮ ਚੰਦ ਕਈ ਹਜ਼ਾਰਾਂ ਦੀ ਤਾਦਾਦ ਨਾਲ ਫੌਜ ਲੈ ਕੇ ਗਿਆ ਸੀ। ਬਰਾਤ ਦਾ ਤੇ ਬਹਾਨਾ ਸੀਗਾ, ਬਰਾਤ ਤਾਂ ਲੈ ਜਾਣੀ ਸੀ ਲੜਕੇ ਦੀ, ਬਰਾਤ ਦੇ ਬਹਾਨੇ ਫੌਜ ਲੈ ਗਿਆ ਸੀ ਵੀ ਪਹਿਲਾਂ ਵਿਆਹ ਕਰਾਂਗੇ, ਬਰਾਤ ਜਾਵੇਗੀ, ਉੱਥੋਂ ਜਦੋਂ ਵਾਪਸ ਮੁੜਾਂਗੇ ਤੇ ਗੁਰੂ ਦਾ ਪੌਂਟਾ ਉਜਾੜ ਦੇਾਂਗੇ, ਤੇ ਗੁਰੂ ਨੂੰ ਜਾਨ ਤੋਂ ਮਾਰ ਦਿਆਂਗੇ, ਜਾਂ ਗ੍ਰਿਫਤਾਰ ਕਰ ਲਵਾਂਗੇ, ਜਾਂ ਗੁਰੂ ਨੂੰ ਦੇਸ਼ ਨਿਕਾਲਾ ਦੇ ਦਿਆਂਗੇ। ਗੁਰੂ ਦਾ ਡੇਰਾ, ਗੁਰੂ ਦੇ ਹਾਥੀ, ਗੁਰੂ ਦੇ ਤੰਬੂ, ਘੋੜੇ ਸਭ ਲੁੱਟ ਲਵਾਂਗੇ। ਇਹ ਇਰਾਦਾ ਲੈ ਕੇ ਇੰਨੀ ਫੌਜ ਪਹਿਲਾਂ ਹੀ ਲੈ ਕੇ ਆਏ ਸੀ ਰਾਜੇ। ਤਾਂ ਹੁਣ ਕਹਿੰਦਾ ਵੀ ਫੌਜਾਂ ਦੇ ਸਾਡੀਆਂ 22 ਧਾਰ ਦੇ ਰਾਜਿਆਂ ਦੀਆਂ ਸਾਡੇ ਕੋਲ ਇਕੱਠੀਆਂ ਹਨ। ਪੁਨਗਰ ਚੰਮੂ ਕਹਾ ਰਣ ਮਾਹੀ, ਤੇ ਫਿਰ ਸਾਡੀ ਫੌਜ ਦੇ ਸਾਹਮਣੇ ਗੁਰੂ ਦੀ ਫੌਜ ਕੀ ਚੀਜ਼ ਹੈ? ਗੁਰੂ ਦੀ ਫੌਜ ਨੂੰ ਅਸੀਂ ਕੀ ਸਮਝਦੇ ਆ? ਗੁਰੂ ਦੇ ਸਿੱਖ ਇਕੱਠੇ ਕੀਤੇ ਜੱਟ, ਬੂਟ, ਝੀਵਰ, ਤਰਖਾਣਾ, ਗੁਰੂ ਨੇ ਨੀਵੀਆਂ ਜਾਤਾਂ ਦੇ ਲੋਕ ਇਕੱਠੇ ਕੀਤੇ ਨੇ। ਉਹ ਕੀ ਜਾਣਨ ਤੇਗ ਨੂੰ ਹੱਥ ਕਿੰਕੂ ਪਾਣਾ? ਗੁਰੂ ਨੂੰ ਕੀ, ਗੁਰੂ ਦੇ ਸਿੱਖਾਂ ਨੂੰ ਕਿਹੜੀ ਤਲਵਾਰ ਚਲਾਣੀ ਆਉਂਦੀ ਹੈ? ਉਹ ਸਾਡੀ ਝਾਲ ਨਹੀਂ ਝੱਲ ਸਕਣਗੇ। ਸਨਮੁਖ ਠਹਿਰੇ ਸਕਹਿ ਕਿਮ ਨਾਹੀ, ਕਹਿੰਦੇ ਸਾਹਮਣੇ ਕੋਈ ਖਲੋ ਨਹੀਂ ਸਕੇਗਾ। ਇਹੋ ਉਠਾਏ ਇਤ ਤੇ ਸਭ ਡੇਰਾ, ਇਸ ਕਰਕੇ ਇੱਥੋਂ ਹੁਣ ਡੇਰਾ ਚੁੱਕੋ, ਤਿਆਰੀ ਕਰੋ ਤੇ ਗੁਰੂ ਨੂੰ ਪੌਂਟਿਓਂ ਭਜਾ ਦਈਏ। ਨਿਜ ਦਲ ਤਹੇ ਠਹਿਰਾਏ ਬਡੇਰਾ, ਤੇ ਉਹ ਜਿਹੜਾ ਕਿਲਾ ਹੈ ਨਾ ਗੁਰੂ ਦਾ ਬਣਿਆ ਪੌਂਟੇ ਵਾਲਾ, ਉਹ ਬੜੇ ਟਿਕਾਣੇ ਦਾ ਕਿਲਾ ਹੈ, ਉਹਦੇ ਤੇ ਕਬਜ਼ਾ ਕਰੀਏ। ਉਹ ਸਾਡੀ ਠਾਰ ਬਣ ਜਾਏਗੀ, ਸਾਡਾ ਟਿਕਾਣਾ ਬਣ ਜਾਏਗਾ। ਨਾਹਣ ਪਤ ਕੋ ਦਾਬਾ ਦੇਹੋ, ਤੇ ਨਾਨ ਦੇ ਰਾਜੇ ਨੂੰ ਵੀ ਧਮਕੀ ਦਿਓ। ਰਾਜਾ ਮੇਦਨੀ ਪ੍ਰਕਾਸ਼ ਜਿਹੜਾ ਨਾਨ ਦਾ ਰਾਜਾ, ਸਾਰਮੋਰ ਦੇਸ਼ ਦਾ ਰਾਜਾ ਹੈ, ਉਹ ਜਿਹੜਾ ਰਾਜਾ ਹੈ ਉਹ ਗੁਰੂ ਗੋਬਿੰਦ ਸਿੰਘ ਦਾ ਬੜਾ ਸ਼ਰਧਾਲੂ ਬਣਿਆ ਹੋਇਆ, ਉਹਨੂੰ ਵੀ ਧਮਕੀ ਦੇ ਦਿਓ। ਨਿਜ ਸੰਗ ਮੇਲ ਕਰ ਲੇਹੋ, ਉਹਨੂੰ ਕਹੋ ਵੀ ਜੇ ਤੂੰ ਗੁਰੂ ਗੋਬਿੰਦ ਸਿੰਘ ਦੇ ਨਾਲ ਮਿਲਣਾ ਤਾਂ ਅਸੀਂ ਤੈਨੂੰ ਫਨਾਹ ਕਰ ਦਿਆਂਗੇ, ਤਬਾਹ ਕਰ ਦਿਆਂਗੇ, ਆਪਣੇ ਭਾਈਚਾਰੇ ਚੋਂ ਕੱਢ ਦਿਆਂਗੇ, ਜਾਂ ਤੇ ਸਾਡੇ ਨਾਲ ਰਲ, ਤੇ ਜੇ ਤੂੰ ਸਾਡੇ ਨਾਲ ਵੀ ਨਹੀਂ ਰਲਦਾ ਤਾਂ ਗੁਰੂ ਵੱਲੋਂ ਵੀ ਤੁਸੀਂ ਨਿਊਟਰਲ ਹੋ ਕੇ ਚੱਲੋ, ਗੁਰੂ ਦੀ ਮਦਦ ਨਾ ਕਰੋ। ਹਿਮ ਸਮਝਾਏ ਪਠਿਓ ਪ੍ਰਦਾਨ, ਇਸ ਤਰ੍ਹਾਂ ਸਮਝਾ ਕੇ ਆਪਣੇ ਮੰਤਰੀ ਨੂੰ ਭੇਜਿਆ। ਭੀਮ ਚੰਦ ਮਨ ਮਾਨ ਮਹਾਨ, ਬੜਾ ਹੰਕਾਰੀ ਸੀ, ਹੰਕਾਰੀ ਭੀਮ ਚੰਦ ਨੇ ਇਹ ਸਾਜ਼ਿਸ਼ ਰਚੀ ਹੈ। ਫਤਿਹ ਸ਼ਾਹ ਕੇ ਨਿਕਟ ਸਿਧਾਰਾ, ਰਾਜੇ ਫਤਿਹ ਸ਼ਾਹ ਦੇ ਕੋਲ ਵਜ਼ੀਰ ਗਿਆ, ਸਿੱਖ ਜੈ ਦੇਵਾ ਤਾਹੇ ਉਚਾਰਾ, ਜਾ ਕੇ ਫਤਿਹ ਸ਼ਾਹ ਨੂੰ ਜੈ ਦੇਵਾ, ਜੈ ਦੇਵਾ, ਇਹ ਪਹਾੜੀਆਂ ਦੀ ਬੋਲੀ ਹੈ। ਜਿਵੇਂ ਆਪਾਂ ਆਪਸ ਚ ਮਿਲਣ ਲੱਗਿਆ ਫਤਿਹ ਕ ਜਾਂਦੇ ਆ, ਕੋਈ ਨਮਸਤੇ ਕਹਿੰਦਾ, ਕੋਈ ਸਤਿ ਸ੍ਰੀ ਅਕਾਲ ਕਹਿੰਦਾ, ਕੋਈ ਰਾਧਾ ਰਾਧਾ ਕਹਿੰਦਾ। ਆਪਣੇ ਆਪਣੇ ਧਰਮ ਦੀ ਆਪਣੀ ਆਪਣੀ ਬੋਲੀ ਹੁੰਦੀ ਹੈ। ਪਹਾੜੀਆਂ ਦੀ ਹੁੰਦੀ ਹੈ ਜੈ ਦੇਵਾ। ਇੱਕ ਦੂਜੀ ਨੂੰ ਮਿਲ ਕੇ ਇਹਨਾਂ ਨੇ ਜੈ ਦੇਵਾ ਆਖਿਆ ਹੈ। ਬੈਠ ਬੈਠ ਬੰਦ ਕਰ ਸਕਲ ਸੁਨਾਈ, ਔਰ ਫਿਰ ਸਾਧ ਸੰਗਤ ਜੀ ਬੈਠ ਕੇ ਰਾਜੇ ਦੇ ਮੰਤਰੀ ਨੇ ਫਤਿਹ ਸ਼ਾਹ ਨੂੰ ਆਖਿਆ, ਜੇ ਪੂਰਬ ਕਹਿ ਸੀਖ ਸਿਖਾਈ, ਜਿਹੜੀ ਗੱਲ ਭੀਮ ਚੰਦ ਨੇ ਸਿਖਾਈ ਸੀ ਆਪਣੇ ਮੰਤਰੀ ਨੂੰ, ਮੰਤਰੀ ਨੇ ਉਹੀ ਬੋਲੀ ਬੋਲੀ ਹੈ। ਹਿਤ ਰਾਖਨ ਸਮਧੀ ਮਨ ਮਾਨੋ, ਆ ਦੇਖੋ ਰਾਜਾ ਫਤਿਹ ਸ਼ਾਹ ਜੀ
ਤੁਹਾਡੇ ਕੁੜਮ ਰਾਜਾ ਭੀਮ ਚੰਦ ਦਾ ਮਾਣ ਰੱਖ ਲੋ। ਭਇਓ ਸੁਮਤ ਤੇ ਕੁਮਤ ਮਹਾਨੂ। ਆ ਕਹਿੰਦੇ ਕੰਮ ਬਹੁਤ ਖਰਾਬ ਹੋ ਗਿਆ, ਕਿਉਂਕਿ ਰਾਜਾ ਭੀਮ ਚੰਦ ਹੁਣ ਗੁਰੂ ਗੋਬਿੰਦ ਸਿੰਘ ਨਾਲ ਲੜਨਾ ਚਾਹੁੰਦਾ ਹੈ। ਉਹਦੀ ਮੱਤ ਜਿਹੜੀ ਹੈ, ਭਾਈ ਸਾਹਿਬ ਲਿਖਦੇ ਆ, ਭਇਓ ਸੁਮਤ ਤੇ ਕੁਮਤ ਮਹਾਨੂ। ਸੁਮਤ ਬਦਲ ਗਈ ਤੇ ਕੁਮਤ ਆ ਗਈ। ਜਥਾ ਪ੍ਰਭੰਜਨ ਮਿਲ ਬਦ ਬੋਏ। ਕਹਿੰਦੇ ਜਿਵੇਂ ਹਵਾ ਤਾਂ ਬੜੀ ਚੰਗੀ ਚੀਜ਼ ਹੈ, ਹਵਾ ਤਾਂ ਬੜੀ ਸਾਫ਼ ਸੁਥਰੀ ਚੀਜ਼ ਹੈ, ਹਵਾ ਤਾਂ ਆਕਸੀਜਨ ਦਿੰਦੀ ਹੈ, ਪਰ ਜੇ ਵਿੱਚ ਕੋਈ ਰੂੜੀ ਹੋ ਜਾਏ ਨਾ ਰਸਤੇ 'ਚ, ਕੋਈ ਬਦਬੂ ਵਾਲੀ ਚੀਜ਼, ਕੋਈ ਡੰਗਰ ਮਰਿਆ ਹੋਵੇ, ਕੋਈ ਗੰਦੀ ਬਿਸ਼ਟਾ ਪਈ ਹੋਵੇ, ਉਹਨੂੰ ਲੱਗ ਕੇ ਹਵਾ ਵੀ ਗੰਦੀ ਹੋ ਜਾਂਦੀ। ਆਖੋ ਸਤਨਾਮ। ਹਵਾ ਮਾੜੀ ਨਹੀਂ ਹੁੰਦੀ, ਹਵਾ ਤਾਂ ਬੜੀ ਪਵਿੱਤਰ ਚੀਜ਼ ਹੈ, ਹਵਾ ਤਾਂ ਆਕਸੀਜਨ ਹੈ, ਲਾਈਫ ਹੈ, ਪਰ ਜਦੋਂ ਰਸਤੇ ਦੇ ਵਿੱਚ ਕੋਈ ਗੰਦੀ ਚੀਜ਼ ਆ ਜਾਵੇ, ਉਹ ਹਵਾ ਨੂੰ ਗੰਦਿਆਂ ਕਰ ਦਿੰਦੀ ਹੈ। ਸਭ ਕੋ ਅਨਹਿਤ ਕਰਤਾ ਹੋਏ। ਉਹ ਫਿਰ ਦੂਜਿਆਂ ਦਾ ਨੁਕਸਾਨ ਕਰਦੀ ਹੈ। ਉਹ ਹਵਾ ਜਿਹਨੂੰ ਵੀ ਲੱਗਦੀ ਹੈ ਉਹਨੂੰ ਬਿਮਾਰ ਕਰ ਦਿੰਦੀ ਹੈ। ਗੁਰ ਮਹਿਮਾ ਅਰ ਸਭ ਉਪਕਾਰਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਜੇ ਭੀਮ ਚੰਦ ਦੀ ਸੋਚ ਦਾ ਜਿਹੜਾ ਗੰਦਾ ਵਾਇਰਸ ਸੀਗਾ ਨਾ, ਜਿਹੜਾ ਉਹਦੀ ਹਵਾ ਸੀ, ਉਹ ਫਤਿਹ ਸ਼ਾਹ ਨੂੰ ਲੱਗ ਗਈ ਹੈ। ਤਾਂ ਕਹਿੰਦੇ ਰਾਜੇ ਫਤਿਹ ਸ਼ਾਹ ਨੇ ਗੁਰੂ ਦੀ ਮਹਿਮਾ ਵੀ ਭੁਲਾਤੀ ਤੇ ਗੁਰੂ ਦੇ ਉਪਕਾਰ ਵੀ ਭੁੱਲ ਗਿਆ। ਮਨ ਕਹਿਲੂਰੀ ਮਿਲੇ ਵਿਗਾਰਾ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਮਾੜੀ ਸੰਗਤ ਨੇ, ਰਾਜੇ ਭੀਮ ਚੰਦ ਦੀ ਸੰਗਤ ਨੇ ਫਤਿਹ ਸ਼ਾਹ ਦਾ ਮਨ ਬਦਲ ਦਿੱਤਾ। ਗੋਰੀ ਗਾਨੇ ਬਰੂਦ ਵਰਤਾਈ। ਮਹਾਰਾਜ 10ਵੇਂ ਪਾਤਸ਼ਾਹ ਉਸ ਵੇਲੇ ਫਿਰ ਲਿਖਦੇ ਨੇ, ਕਹਿੰਦੇ ਨੇ, ਫਤਿਹ ਸ਼ਾਹ ਕੋਪਾ ਤਬ ਰਾਜਾ, ਲੋਹ ਪਰਾ ਹਮ ਸੋ ਬਿਨ ਕਾਜਾ। ਸ੍ਰੀ ਬਚਿੱਤਰ ਨਾਟਕ ਵਿੱਚ ਇਹ ਪੰਕਤੀ ਆਉਂਦੀ ਹੈ। ਮਹਾਰਾਜ ਭੰਗਾਣੀ ਦੇ ਜੰਗ ਦੀ ਕਥਾ ਲਿਖਣ ਲੱਗੇ, ਪਹਿਲਾਂ ਇਹੀ ਪੰਕਤੀਆਂ ਲਿਖੀਆਂ ਨੇ ਕਿ ਰਾਜਾ ਫਤਿਹ ਸ਼ਾਹ ਬਿਨਾਂ ਮਤਲਬ ਦੇ ਸਾਡਾ ਦੁਸ਼ਮਣ ਬਣ ਗਿਆ। ਹਾਲਾਂਕਿ ਅਸੀਂ ਉਹਦਾ ਕੁਝ ਵਿਗਾੜਿਆ ਨਹੀਂ ਸੀ, ਅਸੀਂ ਤਾਂ ਉਹਦੀ ਲੜਕੀ ਦੇ ਲਈ 1.25 ਲੱਖ ਦਾ ਤੰਬੋਲ ਭੇਜਿਆ ਤੇ ਉਹ ਸਾਡੀ ਜਾਨ ਦਾ ਦੁਸ਼ਮਣ ਬਣ ਗਿਆ। ਕਹਿਓ ਸਭ ਨੇ ਸਨ ਪਰ ਹਿਲ ਰਾਈ। ਰਾਜੇ ਫਤਿਹ ਸ਼ਾਹ ਨੇ ਆਪਣੀਆਂ ਫੌਜਾਂ ਨੂੰ ਬੰਦੂਕਾਂ, ਗੋਲੀਆਂ, ਤੀਰ ਕਮਾਨ, ਅਸਲਾ ਵੰਡਿਆ। ਆਪਣੀ ਫੌਜ ਨੂੰ ਕਿਹਾ ਵੀ ਤਿਆਰ ਹੋ ਜਾਓ, ਆਪਾਂ ਗੁਰੂ ਗੋਬਿੰਦ ਸਿੰਘ ਨਾਲ ਲੜਨ ਚੱਲਣਾ ਹੈ। ਬਾਂਚਤ ਸ਼ਸਤਰ ਤੁਰੰਗ ਜਿਸ ਹੋਏ। ਜਿਹੜੇ ਜਵਾਨ ਨੂੰ ਘੋੜਾ ਚਾਹੀਦਾ ਸੀ, ਜਿਹਨੂੰ ਸ਼ਸਤਰ ਚਾਹੀਦਾ ਸੀ, ਦਿੱਤਾ ਹੈ। ਮੁਝ ਤੇ ਜਾਚ ਲਹੇ ਸਭ ਕੋਏ। ਰਾਜਾ ਫਤਿਹ ਸ਼ਾਹ ਕਹਿਣ ਲੱਗਾ ਵੀ ਜੋ ਵੀ ਅਸਲਾ ਚਾਹੀਦਾ, ਬਰੂਦ ਚਾਹੀਦਾ, ਮੇਰੇ ਤੋਂ ਮੰਗੋ, ਮੈਂ ਦਿਆਂਗਾ। ਸਮਝੀ ਕੇ ਹਰ ਖਾਵਨ ਕਾਰਨ। ਆਪਣੇ ਕੁੜਮ ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ ਸਾਧ ਸੰਗਤ ਜੀ ਗੁਰੂ ਨਾਲ ਵੈਰ ਕਰਨ ਲੱਗ ਪਿਆ। ਇਹ ਸੰਸਾਰ ਜਿਹੜਾ ਹੈ ਨਾ, ਸੰਸਾਰ ਦੀ ਲੋਕ ਲਾਜ ਜਿਹੜੀ ਹੈ, ਇਹ ਗੁਰੂ ਨਾਲੋਂ ਤੋੜ ਦਿੰਦੀ ਹੈ। ਸਾਧ ਸੰਗਤ ਜੀ ਆਪਣੇ ਸ਼ਮਦੀ ਨੂੰ, ਆਪਣੇ ਕੁੜਮ ਨੂੰ ਖੁਸ਼ ਕਰਨ ਵਾਸਤੇ ਉੱਚੇ ਕੀਨਸ ਹੁਕਮ ਉਚਾਰਨ। ਕਹਿੰਦੇ ਉਸ ਵੇਲੇ ਰਾਜਾ ਫਤਿਹ ਸ਼ਾਹ, ਭੀਮ ਚੰਦ, ਇਹਨਾਂ ਸਾਰਿਆਂ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ। ਦੋਹਰ ਚੋਬ ਤੋਸਾ ਤੁੰਕਾਰ ਹੋ। ਨਗਾਰਚੀਆਂ ਨੂੰ ਆਖਿਆ ਵੀ ਦੋਹਰੀਆਂ ਚੋਭਾਂ ਲਾ ਦਿਓ ਨਗਾਰੇ ਤੇ। ਕਹਿਓ ਸਭਨ ਸੋ ਸ਼ਸਤਰ ਸੰਭਾਰ ਹੋ। ਔਰ ਆਪਣੀ ਫੌਜ ਨੂੰ ਆਖਿਆ ਵੀ ਸ਼ਸਤਰ ਸੰਭਾਲ ਲਓ। ਤਿਆਰੀ ਜਥੇਦਾਰ ਗਨ ਕਰੈ। ਕਹਿੰਦੇ ਜਥੇਦਾਰ ਤਿਆਰੀ ਕਰਨ। ਨਿਜ ਨਿਜ ਮਿਸਲ ਸੁਬਟ ਸਭ ਤਰੈ। ਔਰ ਸੂਰਮੇ ਆਪਣੀਆਂ ਮਿਸਲਾਂ 'ਚ ਤਿਆਰ ਹੋ ਗਏ ਹਨ। ਆਨੋ ਮੇਰੋ ਬਲੀ ਤੁਰੰਗ। ਤੇ ਰਾਜਾ ਫਤਿਹ ਸ਼ਾਹ ਨੇ ਆਖਿਆ ਮੇਰਾ ਬਲੀ ਘੋੜਾ ਵੀ ਸ਼ਿੰਗਾਰ ਕੇ ਲਿਆਓ। ਕੰਚਨ ਜੀਨ ਐਂਚ ਕਰ ਤੰਗ। ਘੋੜਾ ਸੋਨੇ ਦੀ ਕਾਠੀ ਪਾ ਕੇ ਕੱਸ ਕੇ ਲਿਆਓ। ਹੀਰਨ ਜੜਤੀ ਮੁਸ਼ਟ ਵਿਸਾਲਾ। ਔਰ ਹੀਰੇ ਜੜੇ ਹੋਏ ਨੇ ਜਿਸ ਦੇ ਮੁੱਠੇ ਵਿੱਚ। ਦੀਖਨ ਤਾਰਾ ਖੜਗ ਕਰਾਲਾ। ਫੌਲਾਦ ਦੀ ਬਣੀ ਤਿੱਖੀ ਧਾਰ ਵਾਲੀ ਬੇਸ਼ਕੀਮਤੀ ਤਲਵਾਰ ਰਾਜੇ ਫਤਿਹ ਸ਼ਾਹ ਨੇ ਗਾਤਰੇ ਸਜਾਈ ਹੈ। ਸਾਰੇ ਖਬਰਨ ਤੇ ਪਰਿਓ ਨਿਖੰਗਾ। ਔਰ ਰਾਜੇ ਫਤਿਹ ਸ਼ਾਹ ਨੇ ਆਪਣਾ ਪੱਥਾ ਤਿੱਖੇ ਤੀਰਾਂ ਨਾਲ ਭਰ ਲਿਆ ਹੈ। ਕਨਕ ਕਠੋਰ ਆਨੀ ਹੈ ਸੰਗਾ। ਕਹਿਣ ਲੱਗਾ ਮੇਰਾ ਕਠੋਰ ਧਨੁਸ਼ ਵੀ ਲੈ ਕੇ ਆਓ। ਸਦਲ ਆਪ ਮੈਂ ਕਰੋ ਚੜਾਈ। ਮੈਂ ਆਪਣੇ ਦਲ ਸਮੇਤ ਚੜ੍ਹਾਈ ਕਰਾਂਗਾ। ਪਹਿਲਾਂ ਮੈਂ ਜਾਵਾਂਗਾ, ਬਾਕੀ 22 ਧਾਰ ਦੇ ਰਾਜਿਆਂ ਦੀ ਮਰਜ਼ੀ ਹੈ, ਉਹ ਆਉਣ ਭਾਵੇਂ ਨਾ ਆਉਣ। ਮੈਂ ਆਪਣੇ ਕੁੜਮ ਨੂੰ ਖੁਸ਼ ਕਰਨ ਵਾਸਤੇ ਗੁਰੂ ਨਾਲ ਅੱਗੇ ਹੋ ਕੇ ਲੜਾਂਗਾ। ਅਵੇ ਲੋਕ ਹੋ ਸਤਿਗੁਰੂ ਵਡਾਈ। ਚੱਲ ਕੇ ਵੇਖਾਂਗਾ ਗੁਰੂ ਗੋਬਿੰਦ ਸਿੰਘ ਚ ਕਿੰਨਾ ਦਮ ਹੈ। ਜਿਨ ਕਹਿ ਫਤਿਹ ਸ਼ਾਹ ਕਰ ਤਿਆਰੀ। ਇਸ ਤਰ੍ਹਾਂ ਸਾਧ ਸੰਗਤ ਜੀ ਰਾਜੇ ਫਤਿਹ ਸ਼ਾਹ ਨੇ ਗੁਰੂ ਕਲਗੀਧਰ ਪਾਤਸ਼ਾਹ ਨਾਲ
ਯੁੱਧ ਕਰਨ ਵਾਸਤੇ ਤਿਆਰੀਆਂ ਕਰ ਲਈਆਂ ਸਾਜਤ ਪਇਓ ਸੰਗ ਦਲ ਬਾਰੀ ਔਰ ਬੜਾ ਭਾਰੀ ਦਲ ਲੈ ਕੇ ਰਾਜਾ ਫਤਿਹ ਸ਼ਾਹ ਸ੍ਰੀਨਗਰ ਗੜਵਾਲ, ਜਿਹੜਾ ਹੇਮਕੁੰਡ ਸਾਹਿਬ ਦੇ ਰਸਤੇ 'ਚ ਪਹਾੜਾਂ ਵਿੱਚ ਸ਼ਹਿਰ ਆਉਂਦਾ ਨਾ ਸ੍ਰੀਨਗਰ, ਉੱਥੋਂ ਚੱਲ ਪਿਆ ਹੈ। ਬਲੀ ਤੁਰੰਗ ਨਿਕਟ ਜਬ ਆਇਓ ਕਹਿੰਦੇ ਜਦੋਂ ਰਾਜੇ ਦਾ ਘੋੜਾ ਸ਼ਿੰਗਾਰ ਕੇ ਕੋਲ ਲਿਆਂਦਾ, ਉਠਿਓ ਸਭਾ ਮਹਿ ਨ੍ਰਿਪ ਦਰਸਾਇਓ ਰਾਜਾ ਸਭਾ ਵਿੱਚ ਬੈਠਾ ਸੀ, ਸਾਹਮਣੇ ਘੋੜਾ ਸ਼ਿੰਗਾਰ ਕੇ ਲਿਆਂਦਾ, ਰਾਜਾ ਉੱਠਿਆ, ਖੜਗ ਨਿਖੰਗ ਪਾਏ ਕਟ ਬੰਦ ਕਹਿੰਦੇ ਆਪਣਾ ਪੱਥਾ ਉਹਨੇ ਮੋਢੇ ਤੇ ਸਜਾ ਕੇ ਉਹਦੀ ਬੈਲਟ ਕਮਰ ਕਸੇ ਚ ਲਾਈ, ਢਾਲ ਤਲਵਾਰ ਸਜਾਈ, ਰਾਜੇ ਨੇ ਕਮਰ ਕਸਾ ਕੀਤਾ, ਫੌਜੀ ਵਰਦੀ ਪਾਈ, ਸਿਰ ਤੇ ਜਿਹੜਾ ਟੋਪ ਪਾਉਂਦੇ ਨੇ ਜੰਗ ਦੇ ਵਿੱਚ ਉਹ ਪਾਇਆ, ਸੰਜੋ ਪਾਈ, ਆਪਣੀ ਸੇਫਟੀ ਵਾਸਤੇ ਸਾਰੀਆਂ ਤਿਆਰੀਆਂ ਕੀਤੀਆਂ ਫਤਿਹ ਸ਼ਾਹ ਨੇ। ਲੀਨ ਸਤਨਖ ਸੁਦ੍ਰਿੜ ਸਰਸੰਦ ਔਰ ਬੜਾ ਤਿੱਖਾ ਤੀਰ ਚਲਾਉਣ ਵਾਲਾ ਧਨੁਸ਼ ਬੜਾ ਕਮਾਲ ਦਾ ਜੰਗੀ ਉਹਨੇ ਲਿਆ, ਅਧਿਕ ਮੋਲ ਕੀ ਸਿਪਰ ਸੰਭਾਰੀ ਔਰ ਬੜੀ ਮਹਿੰਗੀ ਗੈਂਡੇ ਦੀ ਢਾਲ ਜਿਹਨੂੰ ਸੋਨੇ ਦੇ ਫੁੱਲ ਲੱਗੇ ਹੋਏ ਸਨ, ਉਹ ਪਿੱਛੇ ਪਿੱਠ ਦੇ ਪਾਈ ਰਾਜੇ ਫਤਿਹ ਸ਼ਾਹ ਨੇ, ਦਾਰ ਸਿਕੰਦਹੇ ਬੰਦ ਪਿਛਾਰੀ ਔਰ ਮੋਢੇ ਸੁੱਟ ਕੇ ਪਿੱਛੋਂ ਬੰਨ ਲਈ ਹੈ ਢਾਲ, ਹੈ ਚਲ ਚਾਲ ਅਰੂਡਨ ਹੋਵਾ ਔਰ ਘੋੜੇ ਦੇ ਪਲਾਕੀ ਮਾਰ ਕੇ ਰਾਜਾ ਫਤਿਹ ਸ਼ਾਹ ਸਵਾਰ ਹੋਇਆ। ਮੂਰਖਨ ਹੈ ਵਿਚਾਰ ਕਰ ਜੋਵਾ ਪਰ ਇਹ ਮੂਰਖ ਦੀ ਬੁੱਧੀ ਭ੍ਰਿਸ਼ਟ ਹੋ ਗਈ, ਵਿਚਾਰ ਕੇ ਨਹੀਂ ਵੇਖਿਆ ਵੀ ਮੈਂ ਕਿੱਧਰ ਜਾ ਰਿਹਾ ਹਾਂ, ਮੈਂ ਕਿਹਦੇ ਨਾਲ ਜੰਗ ਕਰਨ ਜਾ ਰਿਹਾ ਹਾਂ। ਉਹ ਸਤਿਗੁਰੂ ਨਾਲ ਜੰਗ ਕਰਨ ਜਾ ਰਿਹਾ ਜਿਹੜਾ ਸਾਰੀ ਦੁਨੀਆ ਦਾ ਭਲਾ ਮੰਗਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਤਿਗੁਰੂ ਸਭਨਾ ਦਾ ਭਲਾ ਮਨਾਏਦਾ, ਇਸ ਦਾ ਬੁਰਾ ਕਿਉਂ ਹੋਏ। ਉਹ ਰਾਜਾ ਫਤਿਹ ਸ਼ਾਹ ਉਹਦੀ ਬੁੱਧੀ ਤੇ ਹੀ ਪੜਦਾ ਪੈ ਗਿਆ। ਜਗਤ ਪਤੀ ਕੀ ਸਮਤਾ ਚਾਹਤ ਉਹ ਜਗਤ ਦੇ ਮਾਲਕ ਦੀ ਬਰਾਬਰੀ ਕਰਨ ਚੱਲਿਆ ਹੈ। ਜਿਹੜੇ ਕਲਗੀਆਂ ਵਾਲੇ ਪਾਤਸ਼ਾਹ ਦੇ ਇੱਕ ਬਚਨ ਨਾਲ ਸ੍ਰਿਸ਼ਟੀ ਖਤਮ ਹੋ ਸਕਦੀ ਹੈ, ਜਿਨ੍ਹਾਂ ਦੇ ਇੱਕ ਬਚਨ ਨਾਲ ਸ੍ਰਿਸ਼ਟੀ ਦੁਬਾਰਾ ਪੈਦਾ ਹੋ ਸਕਦੀ ਹੈ, ਉਹ ਸਾਰੀ ਸ੍ਰਿਸ਼ਟੀ ਦੇ ਮਾਲਕ ਹਨ ਕਲਗੀਆਂ ਵਾਲੇ ਪਾਤਸ਼ਾਹ। ਚਲਿਓ ਪੰਥ ਲਰਬੇ ਸੋ ਉਮਾਹਤ ਉਹਨਾਂ ਦੇ ਨਾਲ ਯੁੱਧ ਕਰਨ ਲਈ ਰਾਜਾ ਫਤਿਹ ਸ਼ਾਹ ਮੂਰਖ ਚੱਲਿਆ ਹੈ। ਦੁਦੰਬ ਬਜਤ ਬਾਹਣੀ ਚਲੀ ਕਵੀ ਜੀ ਲਿਖਦੇ ਆ, ਨਗਾਰੇ ਵੱਜ ਗਏ, ਰਣ ਸਿੰਘੇ ਵੱਜ ਗਏ, ਤੁਰਰੀਆਂ ਵੱਜ ਗਈਆਂ ਤੇ ਫੌਜਾਂ ਸ੍ਰੀਨਗਰ ਤੋਂ ਲਾਰਾ ਬੰਨ ਕੇ ਤੁਰ ਪਈਆਂ। ਤੀਖਨ ਸ਼ਸਤਰਨ ਜੁਤ ਕਲਮਲੀ ਬੜੇ ਤਿੱਖੇ ਬਰਛੇ, ਖੰਡੇ, ਦੁਧਾਰੇ, ਤੇਗੇ, ਸਰੋਈਆਂ ਤੇ ਬੜੇ ਬੜੇ ਕਮਾਲ ਦੇ ਸ਼ਸਤਰ ਰਾਜਿਆਂ ਦੀਆਂ ਫੌਜਾਂ ਨੇ ਚੁੱਕੇ ਹੋਏ ਨੇ। ਫਤਿਹ ਸ਼ਾਹ ਜਬ ਆਗੇ ਭਇਓ ਰਾਜਾ ਫਤਿਹ ਸ਼ਾਹ ਇਸ ਬਰਾਤ ਦਾ ਲਾੜਾ ਬਣ ਗਿਆ, ਸਭ ਤੋਂ ਅੱਗੇ ਉਹ ਹੋਇਆ ਹੈ। ਗਏ ਤੁਪੰਗਨ ਦਲ ਉਮੜਿਓ ਔਰ ਸਾਧ ਸੰਗਤ ਜੀ, ਬੰਦੂਕਾਂ ਵਾਲੇ ਵੱਖਰੇ, ਤੀਰ ਕਮਾਨਾਂ ਵਾਲੇ ਵੱਖਰੇ, ਢਾਲਾਂ ਤਲਵਾਰਾਂ ਵਾਲੇ ਵੱਖਰੇ, ਤੋਪਚੀ ਵੱਖਰੇ, ਸਭ ਆਪਣੇ ਆਪਣੀਆਂ ਮਿਸਲਾਂ ਲੈ ਕੇ ਤੁਰ ਪਏ। ਹਰੀ ਚੰਦ ਆਦਿਕ ਬੜ ਜੋਤੇ ਰਾਜਾ ਹਰੀ ਚੰਦ ਬੜਾ ਯੋਧਾ ਸੀ। ਮਹਾਰਾਜ 10ਵੇਂ ਪਾਤਸ਼ਾਹ ਨੇ ਲਿਖਿਆ ਨਾ, ਹਰੀ ਚੰਦ ਮਾਰੇ ਸੋ ਯੋਧਾ ਲਤਾਰੇ। ਕਹਿੰਦੇ ਬੜਾ ਸੂਰਮਾ ਹਰੀ ਚੰਦ ਰਾਜਾ ਉਹ ਵੀ ਚੱਲਿਆ ਹੈ। ਗੁਰਸੋ ਲਰਨ ਚਲੇ ਦਿੱਤ ਕ੍ਰੋਧੇ ਗੁਰੂ ਕਲਗੀਆਂ ਵਾਲੇ ਨਾਲ ਲੜਨ ਵਾਸਤੇ ਰਾਜਾ ਕੇਸਰੀ ਚੰਦ, ਰਾਜਾ ਗੁਰਪਾਲ ਚੰਦ, ਕਿਰਪਾਲ ਚੰਦ, ਹਰੀ ਚੰਦ, ਭੀਮ ਚੰਦ, ਫਤਿਹ ਸ਼ਾਹ, ਇਹ ਸਾਰੇ ਚੱਲ ਪਏ ਨੇ। ਗਨ ਸੈਨਾ ਅਰ ਗ੍ਰਾਮਨ ਛੇਰ ਕਹਿੰਦੇ ਬੜੀ ਭਾਰੀ ਫੌਜ ਹੈ ਇਹਨਾਂ ਦੀ ਰਾਜਿਆਂ ਦੀ, ਤੇ ਪਿੰਡਾਂ ਵਿੱਚੋਂ ਨਵੀਂ ਛੇੜ ਇਕੱਠੀ ਕਰ ਲਈ ਹੈ। ਤੇ ਰਾਜਿਆਂ ਨੂੰ ਜਦੋਂ ਲੋੜ ਪੈਂਦੀ ਹੈ ਨਾ, ਉਦੋਂ ਪਿੰਡਾਂ ਵਿੱਚੋਂ ਮੁੰਡੇ ਇਕੱਠੇ ਕਰ ਲੈਂਦੇ। 18 ਸਾਲ 17 ਸਾਲ ਦਾ ਕੋਈ ਨੌਜਵਾਨ ਆਓ ਵੀ ਫੌਜ ਵਿੱਚ, 40 ਸਾਲ ਤੱਕ 50 ਸਾਲ ਤੱਕ ਵੀ ਕੋਈ ਲੜਨ ਵਾਲਾ ਉਹਨੂੰ ਵੀ ਲੈ ਆਉਂਦੇ। ਸੋ ਪਿੰਡਾਂ ਦੀ ਛੇੜ ਵੀ ਇਕੱਠੀ ਕਰ ਲਈ। ਗੁੱਜਰ, ਰੰਗੜ, ਪਹਾੜ ਦੀਆਂ ਜਿਹੜੀਆਂ ਨਸਲਾਂ ਲੜਾਈ ਕਰਨ ਵਾਲੀਆਂ ਸਾਰੀਆਂ ਇਕੱਠੀਆਂ ਕਰ ਲਈਆਂ। ਬੰਦੇ ਟੋਲ ਬ੍ਰਿੰਦ ਕੋ ਹੇਰ ਟੋਲਿਆਂ ਦੇ ਟੋਲੇ ਬੰਨ ਕੇ, ਜਥਿਆਂ ਦੇ ਜਥੇ ਬੰਨ ਕੇ, ਇਹ 22 ਧਾਰ ਦੇ ਰਾਜੇ ਉਥੋਂ ਸ੍ਰੀਨਗਰ ਗੜਵਾਲ ਤੋਂ ਪੌਂਟਾ ਸਾਹਿਬ ਵੱਲ ਮੂੰਹ ਕਰਕੇ ਚੱਲ ਪਏ। ਚਿਤ ਅਹੰਕਾਰ ਵਧਿਓ ਅਧਿਕਾਏ ਇਹਨਾਂ ਨੂੰ ਆਪਣੀਆਂ ਫੌਜਾਂ ਵੇਖ ਕੇ, ਆਪਣੀਆਂ ਤਾਕਤਾਂ ਵੇਖ ਕੇ, ਹਥਿਆਰ ਵੇਖ ਕੇ, ਘੋੜੇ ਵੇਖ ਕੇ ਬੜਾ ਮਾਣ। ਰਾਜਾ ਭੀਮ ਚੰਦ ਨੂੰ ਬੜਾ ਹੰਕਾਰ ਹੈ। ਲਰੂ ਗੁਰੂ ਸਨ ਕੋਪ ਵਧਾਏ ਸਾਰੇ ਰਾਜੇ ਕਹਿੰਦੇ ਹੁਣ ਗੁਰੂ ਨਾਲ ਲੜਾਂਗੇ, ਗੁਰੂ ਨਾਲ ਦੋ ਦੋ ਹੱਥ ਕਰਾਂਗੇ। ਬਾਮ ਬਿਲੋਚਨ ਫਰਕਤ ਖੋਟਾ ਪਰ ਸਾਧ ਸੰਗਤ ਜੀ, ਜਦੋਂ ਫਤਿਹ ਸ਼ਾਹ ਭੀਮ ਚੰਦ ਘੋੜੇ ਤੇ ਚੜ ਕੇ ਤੁਰੇ ਨਾ, ਤੇ ਖੱਬੀ ਅੱਖ ਫਰਕਣ ਲੱਗ ਪਈ। ਪੁਰਾਣੇ ਬਜ਼ੁਰਗ ਕਹਿੰਦੇ ਆ, ਜਦੋਂ ਚੜਾਈ ਦੇ ਵਿੱਚ ਖੱਬੀ ਅੱਖ ਫਰਕੇ ਤੇ ਉਹਦਾ ਮਤਲਬ ਹੁੰਦਾ ਵੀ ਹਾਰ ਹੋਣੀ। ਆਖੋ ਸਤਨਾਮ। ਉਹ ਜਿਹੜੀਆਂ ਬਦ ਸਗਨੀਆਂ ਹੁੰਦੀਆਂ ਨਾ,
ਉਹ ਕੁਦਰਤ ਦੱਸਦੀ ਹੈ, ਨੇਚਰ ਦੱਸਦੀ ਹੈ। ਕਹਿੰਦੇ ਇਹਨਾਂ ਦੀ ਅੱਖ ਫਰਕੀ ਹੈ ਖੱਬੀ। ਨਹਿ ਮਨ ਗਿਨਹਿ ਹਾਰ ਮਤ ਮੋਟਾ। ਕਹਿੰਦੇ ਮੋਟੀ ਮੱਤ ਵਾਲੇ, ਇਹ ਅਕਲ ਨਹੀਂ, ਅਜੇ ਵੀ ਪਿੱਛੇ ਮੁੜ ਜਾਈਏ। ਹਾਰ ਦੀਆਂ ਨਿਸ਼ਾਨੀਆਂ ਤਾਂ ਹੁਣੇ ਦਿਸਣ ਲੱਗ ਪਈਆਂ ਨੇ। ਨਗਰ ਪਾਵਟੇ ਸਨਮੁਖ ਚਾਲਾ। ਰਾਜਾ ਫਤਿਹ ਸ਼ਾਹ ਪੌਂਟਾ ਸਾਹਿਬ ਵੱਲ ਮੂੰਹ ਕਰਕੇ ਰਾਜਾ ਭੀਮ ਚੰਦ ਤੇ 22 ਧਾਰ ਦੇ ਰਾਜੇ ਚੱਲ ਪਏ। ਪੰਥ ਪਹਾੜਨ ਬਿਖਮ ਵਿਸਾਲਾ। ਪਰ ਪੰਥ ਪਹਾੜਾਂ ਦਾ ਬੜਾ ਔਖਾ ਹੈ, ਕਠਿਨ ਰਸਤਾ ਹੈ। ਇੱਥੋਂ ਸ੍ਰੀਨਗਰ ਆਪਾਂ ਜਦੋਂ ਹੇਮਕੁੰਟ ਸਾਹਿਬ ਜਾਈਏ ਨਾ, ਹਰਿਦੁਆਰ ਤੋਂ ਹੀ ਸਮਝੋ ਪਹਾੜੀਆਂ ਸ਼ੁਰੂ ਹੋ ਜਾਂਦੀਆਂ, ਕਿ ਰਿਸ਼ੀਕੇਸ਼ ਤੋਂ ਤਾਂ ਬਿਲਕੁਲ ਹੀ ਪਹਾੜੀ ਚੜਾਈ ਸ਼ੁਰੂ ਹੋ ਜਾਂਦੀ ਹੈ। ਤੇ ਉਹ ਬੜਾ ਕਠਿਨ ਰਸਤਾ, ਲਗਭਗ 150-200 ਕਿਲੋਮੀਟਰ ਸ੍ਰੀਨਗਰ ਤੋਂ ਰਿਸ਼ੀਕੇਸ਼ ਪੈ ਜਾਂਦਾ। ਉਸ ਤੋਂ ਅੱਗੇ ਫਿਰ ਦੇਹਰਾਦੂਨ ਆ ਜਾਂਦਾ, ਫਿਰ ਪੌਂਟਾ ਸਾਹਿਬ ਆਉਂਦਾ। ਇਸ ਰਸਤੇ ਥਾਣੀ ਇਹਨਾਂ ਨੇ ਆਉਣਾ ਸੀਗਾ। ਇਹ ਫਿਰ ਫੌਜਾਂ ਉੱਥੋਂ ਚੱਲੀਆਂ ਤੇ ਸ੍ਰੀ ਪੌਂਟਾ ਸਾਹਿਬ ਵੱਲ ਆ ਰਹੀਆਂ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਇਧਰੋਂ ਤਿਆਰੀ ਕਰ ਰਹੇ ਨੇ। ਤੇ ਸਾਧ ਸੰਗਤ ਜੀ, ਉਸ ਵੇਲੇ ਜਿਹੜੇ 500 ਪਠਾਨ ਪੀਰ ਬੁੱਧੂ ਸ਼ਾਹ ਜੀ ਨੇ ਦਾਮਲੇ ਪਿੰਡ ਦੇ ਗੁਰੂ ਕਲਗੀਧਰ ਪਾਤਸ਼ਾਹ ਦੀ ਫੌਜ ਚ ਭਰਤੀ ਕਰਾਏ ਸਨ। ਇਹ 500 ਪਠਾਨ ਕਾਲੇ ਖਾਨ, ਭੀਖਮ ਖਾਨ, ਹਯਾਤ ਖਾਨ ਤੇ ਨਜਾਬਤ ਖਾਨ ਦੇ ਤਾਬੇ ਸਨ। ਇਹ 4 ਪਠਾਨ ਜਰਨਲ ਜਿਹੜੇ ਸਨ, ਔਰੰਗਜ਼ੇਬ ਨੇ ਫੌਜਾਂ ਸਮੇਤ ਇਹ 500 ਦੇ 500 ਹੀ ਜਿਹੜੇ ਨੇ ਉਥੋਂ ਦਿੱਲੀ ਤੋਂ ਸਰਕਾਰ ਦੇ ਜਿਹੜੀ ਵੱਡੀ ਮਿਲਟਰੀ ਹਿੰਦੁਸਤਾਨ ਦੀ ਫੌਜ ਉਹਦੇ ਵਿੱਚੋਂ ਕੱਢੇ ਸਨ। ਕਹਿੰਦੇ ਨੇ ਡਿਸਮਿਸ ਹੋ ਗਏ। ਉਦੋਂ ਕਹਿੰਦੇ ਸੀ ਇਹਨਾਂ ਨੂੰ 12 ਪੱਥਰ ਕਰਤਾ ਵੀ ਕੋਈ ਵੀ ਇਹਨਾਂ ਨੂੰ ਨੌਕਰੀ ਤੇ ਨਹੀਂ ਰੱਖੇਗਾ। ਇਹ ਸਾਰਿਆਂ ਪਾਸਿਆਂ ਤੋਂ ਇਹਨਾਂ ਨੂੰ ਜਵਾਬ ਸੀ। ਇਹ ਬੇਰੁਜ਼ਗਾਰੀ ਦੇ ਮਾਰੇ ਹੋਏ ਪੀਰ ਬੁੱਧੂ ਸ਼ਾਹ ਕੋਲ ਤਰਲੇ ਕੱਢਦੇ, ਸਾਨੂੰ ਕਿਤੇ ਨੌਕਰੀ ਲਵਾ ਦਿਓ, ਸਾਨੂੰ ਰੋਟੀ ਨਹੀਂ ਮਿਲਦੀ, ਅਸੀਂ ਤਾਂ ਆਪਣੇ ਸ਼ਸਤਰ ਵੇਚ ਕੇ ਖਾਣ ਲੱਗ ਪਏ ਆ, ਸਾਡੇ ਸ਼ਸਤਰ ਵਿਕ ਜਾਣਗੇ, ਸਾਡੇ ਘੋੜੇ ਵਿਕ ਜਾਣਗੇ, ਅਸੀਂ ਕੀ ਕਰਾਂਗੇ। ਤੇ ਪੀਰ ਬੁੱਧੂ ਸ਼ਾਹ ਨੇ ਇਹਨਾਂ ਦੀ ਹਾਲਤ ਤੇ ਤਰਸ ਖਾਦਾ, ਕਲਗੀਆਂ ਵਾਲੇ ਪਾਤਸ਼ਾਹ ਦੀ ਫੌਜ ਚ ਭਰਤੀ ਕਰਾਤਾ। ਪਰ ਜਦੋਂ ਜੰਗ ਦਾ ਟਾਈਮ ਆਇਆ ਨਾ, ਇਹ ਬੇਈਮਾਨ ਉਦੋਂ ਗੁਰੂ ਸਾਹਿਬ ਤੋਂ ਛੁੱਟੀ ਮੰਗਣ ਲੱਗ ਪਏ। ਕੱਲ ਦੇ ਪ੍ਰਕਰਨਾਂ ਵਿੱਚ ਆਵੇਗੀ ਕਥਾ ਕਿ ਕਿਸ ਤਰ੍ਹਾਂ ਇਹਨਾਂ ਨੇ ਛੁੱਟੀ ਮੰਗੀ ਤੇ ਸਤਿਗੁਰੂ ਜੀ ਨੇ ਕੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇਹ ਨਹੀਂ ਰੁਕੇ ਤਾਂ ਮਹਾਰਾਜ ਨੇ ਇਹਨਾਂ ਨੂੰ ਛੁੱਟੀ ਦੇਤੀ। ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ। ਮਹਾਰਾਜ ਇਹਨਾਂ ਪਠਾਣਾ ਦੇ ਆਸਰੇ ਲੜਦਾ ਹੀ ਨਹੀਂ ਸੀ, ਮਹਾਰਾਜ ਨੇ ਅਕਾਲ ਪੁਰਖ ਦੇ ਆਸਰੇ ਲੜਨਾ ਸੀ। ਉਹ ਪਰਮੇਸ਼ਰ ਦਾ ਭਰੋਸਾ ਸੀ। ਭਾਰੀ ਭੁਜਾਨ ਕੋ ਭਾਰੀ ਭਰੋਸੋ। तो महाराज सच्चे पातशाह जंग लड़नगे। भंगाणी दा जंग ओदी कथा के सरवण करनगियां संगतां। हे गोबिंद हे गोपाल हे दयाल।